जिस तरीके ਦੇ ਨਾਲ ਹਾਵ ਭਾਵ ਬਣਦੇ ਜਾ ਰਹੇ ਹੈ ਇਹ ਕਮਿਊਨਿਟੀਜ਼ ਨੂੰ ਇੱਕ ਦੂਸਰੀਆਂ ਘੱਟ ਗਿਣਤੀਆਂ ਤੇ ਅਟੈਕ ਹੋਣਗੇ ਜਾ ਕੇ। ਚਾਈਨਾ ਦੇ ਕੋਲ ਕਿਹੜੀ ਟੂਟੀ ਸੀ ਵੀ ਵਾਇਰਸ ਉੱਥੇ ਹੋਇਆ, ਵੁਹਾਨ ਦੇ ਵਿੱਚ ਹੋਇਆ। ਵੁਹਾਨ ਤੋਂ ਸ਼ੰਘਾਈ ਜਿਹੜੀ ਉਹਨਾਂ ਦੀ ਕੈਪੀਟਲ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਹੋਇਆ। ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਲੋਕਾਂ ਦੀ ਬਜਾਏ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੋਂ ਵੱਧ ਖਤਰਾ ਹੁੰਦਾ। ਜਦੋਂ ਭਾਜਪਾ ਇਹ ਰੌਲਾ ਪਾਉਂਦੇ ਹੁੰਦੇ ਸੀ ਕਿ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ, ਇੱਥੇ ਐਮਰਜੈਂਸੀਆਂ ਲੱਗ ਗਈਆਂ, ਇਹਦਾ ਕਾਲਾ ਦੌਰ ਹੈ, ਹੁਣ ਜਿਹੜਾ ਇਸ ਵੇਲੇ ਦੌਰ ਚੱਲ ਰਿਹਾ ਇਹ ਉਹਦੇ ਤੋਂ ਵੀ 2 ਕਦਮ ਅੱਗੇ ਹੈ। ਨਵਜੋਤ ਸਿੰਘ ਸਿੱਧੂ ਦਾ ਇਹ ਜਿਹੜਾ ਲੈਟਰ ਹੈ ਇਹ ਸਿਆਸੀ ਤੌਰ ਤੇ ਕਾਫੀ ਮਾਇਨੇ ਰੱਖਦਾ। ਜਦੋਂ ਲੋਕਾਂ ਨੇ ਮੈਨੂੰ ਸਵਾਲ ਪੁੱਛਣਾ ਹੈ ਕਿ ਨਵਜੋਤ ਸਿੰਘ ਅਸੀਂ ਤੈਨੂੰ ਚੁਣਿਆ ਸੀ, ਸਾਡੇ ਕੰਮ ਨਹੀਂ ਹੋਏ, ਜੇ ਕੰਮ ਨਹੀਂ ਸ਼ੁਰੂ ਕਰਾਉਂਦੇ ਤਾਂ ਇਹ ਸਾਰਾ ਭਾਂਡਾ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਸਿਰ ਭੰਨ ਦੇਣਾ। ਕੈਪਟਨ ਅਮਰਿੰਦਰ ਜੀ ਵਾਸਤੇ ਕਿਤੇ ਨਾ ਕਿਤੇ ਕੰਡੇ ਉਹ ਜ਼ਰੂਰ ਪੀਣ। ਇੰਡੀਪੈਂਡੈਂਸ ਹੁੰਦੀ ਹੈ, ਦਾਰੂ ਸਿੱਕਾ ਵੀ ਪੀਣਾ ਸ਼ੁਰੂ ਕਰ ਦਿੰਦੇ ਆ, ਜਿਹੜੇ ਨਹੀਂ ਪੀਂਦੇ ਨਾਲ ਹੋ ਜਾਂਦੇ ਆ, ਉਹ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਦੇ ਆ। ਕਹਿੰਦੇ ਹੁੰਦੇ ਜਦ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਿਰੇ ਲੁੰਡਾ। ਫਿਰ ਇਸ ਵੇਲੇ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਹੈ ਨਹੀਂ, ਸੋ ਆਪਣੀਆਂ ਮਨਮਰਜ਼ੀਆਂ ਕਰਦੇ ਨੇ। ਕੁਝ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਦਾ ਸਾਰੀ ਇਮੇਜ ਖਰਾਬ ਕਰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ, ਜਿੱਥੇ ਅੱਜ ਅਸੀਂ ਗੱਲਬਾਤ ਕਰਾਂਗੇ ਕਰੋਨਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ, ਨਾਲ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਭਾਰਤ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਨਾਲ ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਅਰਸ਼ੀ ਔਰ ਸਾਰੇ ਹੀ ਉਹ ਜਿੰਨੇ ਵੀ ਆਪਣੇ ਸਰੋਤੇ ਜਾਂ ਦਰਸ਼ਕ ਆਪਣੇ ਨਾਲ ਜੁੜੇ ਆ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਆਦਬ ਨਾਲ ਨਿੱਘੀ ਫਤਿਹ ਜੀ। ਬਿਲਕੁਲ, ਤੇ ਕਰੋਨਾ ਵਾਇਰਸ ਦੀ ਨਾਲ ਸਟਾਰਟ ਅਸੀਂ ਹਮੇਸ਼ਾ ਹੀ ਕਰਦੇ ਹਾਂ ਤੇ ਅੱਜ ਵੀ ਅਸੀਂ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਦੇ ਉੱਤੇ ਜੇ ਚਾਨਣਾ ਪਾਈਏ ਤਾਂ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਤੇ 4.3 ਮਿਲੀਅਨ ਦੇ ਕਰੀਬ ਜਿਹੜੇ ਉੱਥੇ ਟੈਸਟ ਪੋਜ਼ਿਟਿਵ ਆ ਚੁੱਕੇ ਨੇ। ਸੋ ਬਹੁਤ ਕੁਝ ਹੋ ਰਿਹਾ ਤੇ ਹੁਣ ਪਿਛਲੇ 2 ਵੀਕਾਂ ਤੋਂ ਇਹ ਹੋ ਰਿਹਾ ਹਰਪ੍ਰੀਤ ਜੀ ਕਿ ਜਿਹੜੇ ਕਰੋਨਾ ਵਾਇਰਸ ਦੇ ਕੇਸ ਨੇ ਉਹ ਬਜ਼ੁਰਗਾਂ 'ਚ ਨਹੀਂ, ਨੌਜਵਾਨਾਂ ਦੇ ਵਿੱਚ ਆ ਰਹੇ ਨੇ। ਹੁਣ ਜਿਹੜਾ ਮੈਨੂੰ ਲੱਗਦਾ ਕੋਇਨ ਦਾ ਦੂਜਾ ਪਾਸਾ ਜਿਹੜਾ ਸਾਨੂੰ ਦਿਖਣਾ ਸਟਾਰਟ ਹੋ ਗਿਆ ਹੈ ਕਿ ਯੰਗਸਟਰ ਜਿਹੜੇ ਪਾਰਟੀਆਂ ਕਰ ਰਹੇ ਨੇ, ਖਾਸ ਕਰਕੇ 20 ਤੋਂ 30 ਸਾਲ ਦੇ ਜਿਹੜੇ ਨੌਜਵਾਨ ਹੈਗੇ ਨੇ, ਇੱਕ ਪਾਰਟੀ ਦੇ ਵਿੱਚ ਐਕਸਪਲੋਰ ਹੁੰਦੇ ਹੈਗੇ, ਜ਼ਿਆਦਾ ਉਹ ਹੁੰਦਾ ਹੈਗਾ ਕਰੋਨਾ ਵਾਇਰਸ ਆ ਜਾਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਇੱਕ ਬੰਦਾ ਜਿਹੜਾ ਨੇ ਉਹ 24 ਜਾਂ 25 ਲੋਕਾਂ ਨੂੰ ਹੋਰ ਕਰੋਨਾ ਵਾਇਰਸ ਕਰਦਾ ਆ ਜਦੋਂ ਉਹ ਦੂਜੇ ਬੰਦੇ ਨਾਲ ਜਾ ਕੇ ਮਿਲਦਾ ਆ। ਤਾਂ ਇਹੀ ਗੱਲ ਜਿਹੜੀ ਸਾਡੇ ਕੈਨੇਡਾ ਦੇ ਵਿੱਚ ਵੀ ਸਾਹਮਣੇ ਆਈ ਹੈ। ਕਲੋਨਾ ਦੇ ਵਿੱਚ ਜਿਹੜੀਆਂ ਪਾਰਟੀਆਂ ਹੋਈਆਂ ਨੇ ਉਹਦੇ ਵਿੱਚੋਂ 6 ਜਾਣਿਆਂ ਤੋਂ ਹੁਣ 35-40 ਜਾਣੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਕਰੋਨਾ ਵਾਇਰਸ ਨੂੰ ਲੈ ਕੇ। ਤੇ ਹੁਣ ਇੱਥੇ ਬਾਰਜ਼ ਨੂੰ ਲੈ ਕੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਵਧਾ ਦਿੱਤੀਆਂ ਗਈਆਂ ਨੇ। ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਹਾਂ, ਰੈਂਟਲ ਪ੍ਰੋਪਰਟੀਜ਼ ਨੇ ਉਹਨਾਂ ਨੂੰ ਲੈ ਕੇ ਵੀ ਜਿਹੜੀਆਂ ਗਾਈਡਲਾਈਨਸ ਛੇਤੀ ਸਾਹਮਣੇ ਆਉਣ ਵਾਲੀਆਂ ਨੇ ਤੇ ਇਹ ਨਾ ਹੋਵੇ ਕਿ ਸਾਨੂੰ ਦੁਬਾਰਾ ਫਿਰ ਲੋਕਡਾਊਨ ਜਾਂ ਰਿਸਟ੍ਰਿਕਸ਼ਨ ਵਾਲੀ ਸਥਿਤੀ ਦੇ ਵਿੱਚ ਜਾਣਾ ਪਵੇ। ਸੋ ਬਹੁਤ ਕੁਝ ਹੋ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਦੋਂ ਤੱਕ ਚੱਲਣ ਵਾਲਾ? ਦੇਖੋ ਅਰਸ਼, ਜਿਸ ਤਰੀਕੇ ਨਾਲ ਲਗਾਤਾਰ ਤਾਦਾਦ ਦੁਨੀਆ ਦੇ ਵਿੱਚ ਵੱਧਦੀ ਜਾ ਰਹੀ ਹੈ, ਬੜਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਇਲਾਜ ਕੋਈ ਨਹੀਂ। ਬਿਲਕੁਲ। ਉਸ ਤੋਂ ਅੱਗੇ ਆਪਾਂ ਸੋਚ ਰਹੇ ਹਾਂ ਕਿ ਸਾਰੇ ਤਾਂ ਮੁਲਕ ਜਿਹੜਾ ਬ੍ਰਹਮੰਡ ਦੇ ਵਿੱਚ ਬੈਠੇ ਆ, ਸਾਰੇ ਹੀ ਇਸ ਦੀ ਲਪੇਟ 'ਚ ਨੇ। ਕੋਸ਼ਿਸ਼ ਸਾਰੇ ਪਾਸੇ ਹੋ ਰਹੀ ਹੈ ਕਿ ਇਸ ਦਾ ਹੱਲ ਕੋਈ ਨਾ ਕੋਈ ਕੱਢ ਲਿਆ ਜਾਵੇ। ਬਿਲਕੁਲ। ਉਸ ਮਾਮਲੇ 'ਚ ਹਾਲਾਂਕਿ ਖਬਰਾਂ ਤਾਂ ਬੜੀਆਂ ਪੋਜ਼ਿਟਿਵ ਆਉਂਦੀਆਂ ਨੇ, ਜਾਂ ਫਿਰ ਮੀਡੀਆ 'ਚ ਹੀ ਆਉਂਦੀਆਂ ਨੇ, ਜਾਂ ਫਿਰ ਸਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ, ਪਰ ਇਹ ਗੱਲ ਪ੍ਰਤੱਖ ਆ ਕਿ ਅਜੇ ਤੱਕ ਇਹਦਾ ਹੱਲ ਕੋਈ ਨਹੀਂ। ਬਿਲਕੁਲ। ਇਹਦੇ ਵਿੱਚ ਮਸਲਾ ਇਹ ਸੀ ਕਿ ਜਦੋਂ ਇਹ ਸ਼ੁਰੂਆਤ ਹੋਣ ਵੇਲੇ ਤਾਂ ਬੜਾ ਇੱਕ ਪੈਨਿਕ ਜਿਹਾ ਹੋਇਆ ਸੀ ਜਦੋਂ ਮਾਰਚ ਦੇ ਵਿੱਚ ਲਗਭਗ ਦੁਨੀਆ ਭਰ ਦੇ ਵਿੱਚ ਲਾਕਡਾਊਨ ਹੋਇਆ। ਬੜੇ ਲੋਕਾਂ ਨੇ ਇਹਨੂੰ ਸੰਜੀਦਗੀ ਦੇ ਨਾਲ ਲਿਆ ਔਰ ਮੁਲਕਾਂ ਦੇ ਲਾਕਡਾਊਨ ਤੋਂ ਬਾਅਦ ਘਰਾਂ ਦੇ ਵਿੱਚ ਬੰਦ ਵੀ ਰਹੇ, ਕਾਰੋਬਾਰ ਵੀ ਬੰਦ ਕੀਤੇ ਔਰ ਪਬਲਿਕ ਪਲੇਸਾਂ 'ਤੇ ਜਾਣਾ ਲੋਕਾਂ ਨੇ ਬਿਲਕੁਲ ਬੰਦ ਕੀਤਾ। ਘਰਾਂ ਦੇ ਵਿੱਚ ਵੀ ਲੋਕ ਇੰਨੇ ਕੁ ਸੁਚੇਤ ਸੀ ਕਿ ਉਹਨਾਂ ਨੇ 20 ਵਾਰ ਘਰਾਂ ਦੇ ਵਿੱਚ ਹੱਥ ਧੋਣੇ ਤੇ ਆਪਣੇ ਬੱਚਿਆਂ ਨੂੰ ਖਾਣ ਪੀਣ ਕੱਪੜੇ ਚੇਂਜ ਕਰਕੇ ਜੇਕਰ ਕੋਈ
ਖਾਣ ਪੀਣ ਘਰ ਦਾ ਕੋਈ ਸਮਾਨ ਲੈਣ ਜਾਂਦਾ ਸੀ ਤਾਂ ਉਹ ਫਿਰ ਆ ਕੇ ਕੱਪੜੇ ਚੇਂਜ ਕਰਕੇ ਹੀ ਅੰਦਰ ਆਉਂਦਾ ਸੀ। ਪਰ ਸਮੇਂ ਦੀ ਤਬਦੀਲੀ ਦੇਖੋ ਕਿ ਅੱਗੇ ਨਾਲੋਂ ਕੇਸ ਤਾਂ ਕਈ ਲੱਖ ਜ਼ਿਆਦਾ ਵੱਧ ਗਿਆ, ਪਰ ਲੋਕਾਂ ਦੀ ਅਵੇਸਲਾਪਣ ਉਨਾ ਹੀ ਘਟ ਗਿਆ। ਲੋਕਾਂ ਨੂੰ ਕਰੋਨਾ ਆਪਣਾ ਇੱਕ ਫਰੈਂਡ ਜਿਹਾ ਲੱਗਣ ਲੱਗ ਗਿਆ ਵੀ ਕੋਈ ਗੱਲ ਨਹੀਂ, ਤਾਂ ਹੁੰਦਾ ਹੀ ਹੈ, ਇਹ ਜਿਹੇ ਬਥੇਰੇ ਹੁੰਦੇ ਆ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ, ਖਾਸ ਤੌਰ ਤੇ ਸਾਡੇ ਭਾਰਤ ਦੇ ਵਿੱਚ, ਉਹ ਮਜ਼ਾਕ ਹੈ, ਇਹਦਾ ਕੁਝ ਨਹੀਂ ਹੁੰਦਾ, ਇਹ ਤਾਂ ਕਰੋਨਾ ਕਰਾਣਾ ਕੀ ਹੁੰਦੇ ਆ, ਆਪਾਂ ਨੂੰ ਕੀ ਕਹਿੰਦੇ ਆ, ਸਾਡੇ ਪੋਲਿਊਸ਼ਨ ਬਥੇਰਾ। ਜਾਂ ਫਿਰ ਇਸ ਤੋਂ ਪਹਿਲਾਂ ਇਹ ਵੀ ਇੱਕ ਧਾਰਨਾ ਬਣਾ ਕੇ ਰੱਖੀ ਹੋਈ ਸੀ ਵੀ ਸਾਡੇ ਤਾਂ ਗਰਮੀ ਬਹੁਤ ਪੈਂਦੀ ਹੈ, ਸਾਡੇ ਨਹੀਂ ਕਰੋਨਾ ਆਉਂਦਾ ਜੀ। ਸੋ ਉਸ ਕਰਕੇ ਉੱਥੇ ਗਰਮੀ ਵੀ ਪੈ ਲਈ ਤਾਂ ਵੀ ਕਰੋਨਾ ਨਹੀਂ ਘਟਿਆ। ਉਹਨਾਂ ਦੇ ਜਿਹੜੇ ਇਮਿਊਨ ਸਿਸਟਮ ਦੀਆਂ ਗੱਲਾਂ ਕਰਦੇ ਨੇ, ਹੁਣ ਤਾਂ ਇੱਕ ਦਿਨ ਦੇ ਵਿੱਚ ਭਾਰਤ ਦੇ ਵਿੱਚ 1.5 ਲੱਖ ਬੰਦਾ ਹਰ ਰੋਜ਼ ਆ ਰਿਹਾ ਹੈ ਜੀ। ਔਰ ਜੇਕਰ ਜਿਸ ਤਰੀਕੇ ਦੀਆਂ ਕਿਆਸਾਂ ਆਈਆਂ, ਜਾਂ ਇੱਕ ਡਾਕਟਰ ਨੇ ਇਹ ਲਗਭਗ ਅਪ੍ਰੈਲ ਜਾਂ ਮਾਰਚ ਦੇ ਵਿੱਚ ਇਹ ਪਹਿਲਾਂ ਹੀ ਅਲਰਟ ਕਰਤਾ ਸੀ ਕਿ ਭਾਰਤ ਵਰਗਾ ਮੁਲਕ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਦੀ ਕਮੀ ਆ, ਜੇਕਰ ਪੈਂਡੈਮਿਕ ਇੱਥੇ ਆ ਕੇ ਮਾਰ ਕਰਦਾ ਤਾਂ 2021 ਤੱਕ ਸਾਨੂੰ ਕਰੋੜ ਤੋਂ 1.5 ਕਰੋੜ ਬੰਦੇ ਨੂੰ ਇਹ ਇਨਫੈਕਟ ਕਰ ਸਕਦਾ। ਹੁਣ ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਨੇ ਜੀ। ਜੇਕਰ ਅਰਸ਼ ਜੀ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਤੁਸੀਂ ਦੱਸਿਆ ਕਿ 43.40 ਮਤਲਬ 3 ਪੁਆਇੰਟ ਕੁਛ ਇੰਨਾ ਕਿ ਕੇਸ ਉੱਥੇ ਹੋ ਚੁੱਕੇ ਆ, ਔਰ ਉਹਨਾਂ ਦੇ ਵਿੱਚ ਮੌਤਾਂ ਦੀ ਗਿਣਤੀ ਵੀ ਦੇਖੋ ਕਿਸ ਲੈਵਲ ਤੇ ਪਹੁੰਚ ਗਈ। ਜਿਹੜਾ ਡੋਨਾਲਡ ਟਰੰਪ ਸਾਹਿਬ ਕਹਿੰਦੇ ਸੀ ਕਿ 2 ਲੱਖ ਬੰਦਾ ਸਾਡੇ ਹੋ ਸਕਦਾ ਮਰ ਨਾ ਜਾਵੇ, ਹੁਣ ਗਿਣਤੀ ਤਾਂ ਨੇੜੇ ਤੇੜੇ ਪਹੁੰਚ ਗਈ ਉੱਥੇ ਵੀ। ਦੂਜਾ ਪ੍ਰਭਾਵਿਤ ਮੁਲਕ ਬ੍ਰਾਜ਼ੀਲ, ਜਿੱਥੇ ਖਾਸ ਤੌਰ ਤੇ ਜਿਹੜੀ ਗੱਲ ਤੁਸੀਂ ਚਰਚਾ ਕੀਤੀ ਹੈ ਕਿ ਉਹ ਚੀਜ਼ਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ, ਜਿੱਥੇ ਪਹਿਲਾਂ ਤਾਂ ਬਜ਼ੁਰਗ ਲੋਕਾਂ ਨੂੰ ਇਹ ਪ੍ਰਭਾਵਿਤ ਕਰਦਾ ਸੀ, ਜਿਹੜੇ ਅਬਵ ਦੈਨ 60 ਜਾਂ ਉਹਨਾਂ ਤੋਂ ਵੱਧ ਆਪਾਂ ਮੰਨਦੇ ਹੁੰਦੇ ਸੀ। ਪਰ ਹੁਣ ਜਿਹੜੀ ਗਿਣਤੀ ਨੌਜਵਾਨ ਤਬਕੇ 'ਚ 20 ਤੋਂ ਲੈ ਕੇ 30 ਸਾਲ ਦੇ ਵਿੱਚ ਆ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਬਿਲਕੁਲ। ਖਾਸ ਤੌਰ ਤੇ ਇੱਕ ਤਾਂ ਵੇਸਲਾਪਣ ਸਾਡੇ 'ਚ ਆ ਗਿਆ। ਸੈਨੀਟਾਈਜ਼ਰ ਜਾਂ ਜਿਹੜੇ ਸਰਕਾਰਾਂ ਵੱਲੋਂ ਤੁਹਾਨੂੰ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਇਗਨੋਰ ਕਰ ਰਹੇ ਹਾਂ। ਬਿਲਕੁਲ। ਫਿਰ ਰਹਿੰਦੀਆਂ ਹੁੰਦੀਆਂ ਹੈ ਕਿ ਖਰੂਦੀ ਹੋਏ ਜਵਾਕ, ਫਿਰ ਪਾਰਟੀਆਂ ਦੇ ਵਿੱਚ ਜੋ ਕੁਝ ਹੋਇਆ, ਤੁਸੀਂ ਜ਼ਿਕਰ ਹੀ ਕੀਤਾ ਕਿ ਕਰੋਨਾ ਦੇ ਵਿੱਚ ਕੀ ਕੁਝ ਹੋਇਆ, ਜਾਂ ਫਿਰ ਵੱਖ-ਵੱਖ ਥਾਵਾਂ ਤੇ ਜਿਹੜੀਆਂ ਇਹ ਬ੍ਰੇਕਸ ਆ ਰਹੀਆਂ ਨੇ, ਜਿੱਥੇ ਪਾਰਟੀਆਂ ਹੁੰਦੀਆਂ ਨੇ, 70 ਬੱਚੇ ਉੱਥੇ ਇਕੱਠੇ ਹੋ ਕੇ ਜੀ ਇਹਦੀ ਉਲੰਘਣਾ ਕਰਦੇ ਨੇ, ਔਰ ਇਹ ਬਹੁਤ ਵੱਡਾ ਅੱਗੇ ਜਾ ਕੇ ਨੇ ਨੁਕਸਾਨ ਕਰਨਾ। ਇਸ ਗੱਲ ਦੇ ਵਿੱਚ ਦੂਸਰੇ ਨੰਬਰ ਤੇ ਬ੍ਰਾਜ਼ੀਲ ਤੇ ਤੀਸਰੇ ਨੰਬਰ ਤੇ ਭਾਰਤ ਦੀ ਗਿਣਤੀ ਆ ਰਹੀ ਹੈ। ਔਰ ਮੌਤਾਂ ਦੀ ਗਿਣਤੀ 'ਚ ਜੇਕਰ ਆ 1-2 ਦਿਨਾਂ ਦਾ ਆਪਾਂ ਡਾਟਾ ਦੇਖਦੇ ਹਾਂ ਤਾਂ ਬੜਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ ਹੁਣ ਬਹੁਤ ਵਧਣ ਲੱਗੀ ਹੈ। ਬ੍ਰਾਜ਼ੀਲ ਨੂੰ ਵੀ ਪਿੱਛੇ ਛੱਡ ਗਿਆ, ਯੂਕੇ ਨੂੰ ਪਿੱਛੇ ਛੱਡ ਗਿਆ। ਕਿਸੇ ਵੇਲੇ ਲੱਗਦਾ ਸੀ ਰਸ਼ੀਆ ਬੜੀ ਤੇਜ਼ੀ ਨਾਲ ਵਧ ਰਿਹਾ, ਪਰ ਰਸ਼ੀਆ ਦੇ ਵਿੱਚ ਆਲਮੋਸਟ ਮੇਰੇ ਖਿਆਲ ਨਾਲ 8 ਲੱਖ 7.5-8 ਲੱਖ ਬੰਦਾ ਹੋਇਆ, ਪਰ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ 13 ਲੱਖ ਦੇ ਕਰੀਬ ਹੋ ਗਿਆ। ਔਰ ਇਸੇ ਤਰੀਕੇ ਨਾਲ ਜੇਕਰ ਵੱਧਦਾ ਰਿਹਾ, ਜੇ 50,000 ਬੰਦਾ ਹਰ ਰੋਜ਼ ਵਧਣਾ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਫਿਰ ਇਹ ਤਾਂ ਕਰੋੜਾਂ 'ਚ ਤਾਂ ਪਹੁੰਚਣਾ ਕੋਈ ਬੜਾ ਵੱਡਾ ਮਸਲਾ ਨਹੀਂ ਹੈਗਾ। ਕਿਉਂਕਿ ਜਦੋਂ ਤੱਕ ਦਵਾਈ ਆਉਣੀ ਹੈ, ਦਵਾਈ ਨੇ ਕੋਈ ਅਰਸ਼ ਜੀ ਇਹ ਤਾਂ ਹੈ ਨਹੀਂ ਵੀ ਦਵਾਈ ਆ ਗਈ ਸੁੱਚ ਦੱਬਤੀ ਕਰੋਨਾ ਖਤਮ। ਸਹੀ ਹੈ। ਦਵਾਈ ਦੇ ਟ੍ਰਾਇਲ ਸ਼ੁਰੂ ਹੋਣੇ ਹੈ ਜੀ। ਟ੍ਰਾਇਲ ਹੋਣ ਤੋਂ ਬਾਅਦ WHO ਨੇ ਉਹਨਾਂ ਨੂੰ ਪਰਮਿਸ਼ਨ ਦੇਣੀ ਹੈ। ਫਿਰ ਇਹ ਵੀ ਵੱਡੀ ਗੱਲ ਆ ਕਿ ਜਿਹੜੇ ਵੱਡੇ ਮੁਲਕ ਨੇ ਜਾਂ ਜਿਹੜੇ ਅਫੋਰਡ ਕਰਦੇ ਆ, ਅਮਰੀਕਾ ਵਰਗੇ ਮੁਲਕ ਨੇ, ਜੇਕਰ ਉੱਥੇ ਉਹਨਾਂ ਨੇ ਡੋਜ਼ ਦੇਣੀਆਂ ਨੇ ਤਾਂ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਪਹਿਲੇ ਬੁੱਕ ਕੀਤੀਆਂ ਹੋਈਆਂ ਨੇ ਜੀ। ਅਸੀਂ ਕਿਹੜੀ ਗਿਣਤੀ 'ਚ ਖੜੇ ਆ? ਸਾਡੇ ਕੋਲ ਆਊਗੀ, ਹਾਂ ਚਲੋ ਮੰਨ ਲਓ ਵੀ ਦਵਾਈ ਵੀ ਆ ਜਾਂਦੀ ਆ ਤੁਹਾਡੇ ਕੋਲੇ। ਇਹ ਦਵਾਈ ਦੀਆਂ ਜਿਹੜੀਆਂ ਡੋਜ਼ ਨੇ ਜੀ, 2-2 ਡੋਜ਼ ਘੱਟੋ ਘੱਟ, ਜਿੰਨਾ ਮੈਂ ਪੜ੍ਹਿਆ 2-2 ਡੋਜ਼ ਤਾਂ ਘੱਟੋ ਘੱਟ ਚਾਹੀਦੀਆਂ ਨੇ। ਉਹਦੇ ਵਾਸਤੇ ਜਿੱਥੇ 150 ਕਰੋੜ ਦੀ ਆਬਾਦੀ ਹੋਵੇ ਔਰ ਉਸ ਦੇ ਵਿੱਚ ਲਾਉਣ ਲਈ ਜਿਹੜੇ ਜਿਸ ਤਰੀਕੇ ਨਾਲ ਡਾਟੇ ਸਾਹਮਣੇ ਆਏ ਨੇ ਬੜੇ ਭਿਆਨਕ ਨੇ, ਕਿਉਂਕਿ ਸਰਕਾਰੀ ਤੌਰ ਤੇ ਤਾਂ ਘੱਟ ਆ ਰਹੇ ਨੇ, ਪਰ ਉਹਦੇ 'ਚ ਇਹ ਖਬਰਾਂ ਆ ਰਹੀਆਂ ਨੇ ਕਿ ਸਰਕਾਰਾਂ ਵੀ ਇਸ ਗੱਲ 'ਚ ਵੀ ਲੋਕਾਂ 'ਚ ਬਹੁਤ ਜ਼ਿਆਦਾ ਪੈਨਿਕ ਨਾ ਫੈਲ ਜੇ। ਇਸੇ ਕਰਕੇ ਉਹ ਬੜੇ ਸੀਮਤ 'ਚ ਉਹਨਾਂ ਨੂੰ ਡਾਟੇ ਦੇ ਰਹੇ ਨੇ ਜਾਂ ਉਹਨਾਂ ਦੀ ਟੈਸਟਿੰਗ ਕਰ ਰਹੇ ਨੇ। ਹੁਣ ਇਹ ਸਾਰੀ ਚੀਜ਼ 'ਚੋਂ ਬਚਣ ਵਾਸਤੇ ਕੋਈ ਨਾ ਕੋਈ ਹੱਲ ਲੋਕਾਂ ਨੂੰ ਆਪ ਸੰਜੀਦਗੀ ਦੇ ਨਾਲ ਅੱਗੇ ਆਉਣਾ ਪਊਗਾ। ਇਹ ਨਾ ਹੋਵੇ ਕਿ ਇੱਕ ਵਾਰੀ ਫੇਰ ਲਾਕਡਾਊਨ ਕਰਨਾ ਪੈ ਜੇ, ਦੇਸ਼ਾਂ ਦੀਆਂ ਇਕਨੋਮੀਆਂ ਖਤਮ ਹੋ ਜਾਣ ਜੀ, ਔਰ ਉਸ ਦੇ ਨਾਲ ਅੰਦਰ ਜਿਹੜੇ ਲੋਕ ਬੈਠੇ ਨੇ, ਜਦੋਂ ਦੇਸ਼ ਦੀ ਇਕਨੋਮੀ ਖਤਮ ਹੋਊਗੀ, ਤੁਹਾਡਾ ਸਾਰਾ ਪ੍ਰਚਾਰ ਪ੍ਰਸਾਰ, ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਕਰਨਗੀਆਂ, ਖਾਣ ਪੀਣ ਪ੍ਰਭਾਵਿਤ ਹੋਊਗਾ, ਫਿਰ ਉਹ ਸਿਵਲ ਵਾਰ ਵਾਲੇ ਹਲੇਸ਼ਨ
ਉਸ ਪਾਸੇ ਨੂੰ ਵੀ ਜਾ ਸਕਦੀ ਹੈ। ਸੋ ਲੋਕਾਂ ਨੂੰ ਚਾਹੀਦਾ ਇਹ ਆ ਕਿ ਉਹ ਸੰਜੀਦਗੀ ਦੇ ਨਾਲ ਇਸ ਦੇ ਵਿੱਚ ਬਣਦਾ ਆਪਣਾ ਰੋਲ ਨਿਭਾਉਣ। ਹਾਂ, ਇਹਦੇ ਵਿੱਚ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹੁੰਦਾ ਜੀ। ਉਹ ਗੱਲ ਹੈ ਹੁਣ ਪੰਜਾਬ ਦੀ, ਕਿਉਂਕਿ ਆਪਣਾ ਪਿਛੋਕੜ ਪੰਜਾਬ ਆ, ਆਪਾਂ ਪੰਜਾਬ ਦੇ ਆ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਜੀ। ਉਹਨਾਂ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਹਾਲਾਂਕਿ ਕਰੋਨਾ ਉਹਨਾਂ ਨਹੀਂ ਜਿੰਨਾ ਮਹਾਰਾਸ਼ਟਰ ਦੇ ਵਿੱਚ ਹੈ, ਜਿੰਨਾ ਗੁਜਰਾਤ ਦੇ ਵਿੱਚ ਹੈ, ਜਿੰਨਾ ਦਿੱਲੀ ਦੇ ਵਿੱਚ ਹੈ, ਜਾਂ ਫਿਰ ਵੱਖ-ਵੱਖ ਥਾਵਾਂ ਤੇ ਕਮਿਊਨਿਟੀ ਬ੍ਰੇਕ ਹੋ ਰਹੇ ਆ, ਉਸ ਗੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਨਹੀਂ ਮੰਨਦੇ ਤਾਂ ਇਹਨਾਂ ਤੇ ਜੁਰਮਾਨੇ ਲਾਓ। ਤਾਂ ਸਾਡੇ ਪੰਜਾਬੀ ਐਡੇ ਢੀਠ ਨੇ ਕਿ ਉਹ ਕਹਿੰਦੇ ਵੀ ਗੰਨਾ ਨਹੀਂ ਦਿੰਦਾ, ਭੇਲੀ ਦੇ ਦੂੰ। ਉਹ ਅੱਗੇ ਨਿਕਲ ਕੇ ਦੇਖੋ, ਉਹਨਾਂ ਨੂੰ ਜੁਰਮਾਨਾ ਕੀਤਾ ਕਿ 5000, ਕਿਸੇ ਨੂੰ 10000, ਕਿਸੇ ਨੂੰ ਕਿੰਨਾ, ਵੀ ਤੁਸੀਂ 5 ਰੁਪਏ ਦਾ ਮਾਸਕ ਲੈ ਕੇ ਨਹੀਂ ਲਾ ਸਕਦੇ। ਤੁਸੀਂ ਜੁਰਮਾਨਾ ਲਵਾ ਕੇ ਬੜੇ ਖੁਸ਼ ਹੋ ਕਿ ਇੰਨਾ ਸਾਨੂੰ ਲੱਗ ਗਿਆ। ਸੋ ਇਹ ਸਾਡੀ ਜਾਗਰੂਕਤਾ ਹੈ, ਇਸ ਦੇ ਵਿੱਚ ਅਸੀਂ ਨੁਕਸਾਨ ਝੱਲਾਂਗੇ ਜੇਕਰ ਇਹ ਨਾ ਕੀਤਾ। ਸਰਕਾਰ ਨੇ ਕੀਤਾ ਤਾਂ ਹੈ, ਹੁਣ ਸਖਤੀ ਕਰਨ ਦਾ ਉਹਨਾਂ ਨੇ ਐਲਾਨ ਵੀ ਕੀਤਾ ਔਰ 60-62 ਕਰੋੜ ਦਾ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਕੋਈ ਜੁਰਮਾਨੇ ਵੀ ਲੋਕਾਂ ਨੂੰ ਲੱਗੇ ਹੈ। ਤਾਂ ਇਹਦਾ ਮੈਨੂੰ ਡਾਟਾ ਪ੍ਰੋਪਰ ਤਾਂ ਪਤਾ ਨਹੀਂ, ਪਰ ਜੁਰਮਾਨਾ ਵੱਡੇ ਲੈਵਲ ਤੇ ਪੰਜਾਬ 'ਚ ਲੱਗਿਆ। ਸੋ ਉਸ ਗੱਲ 'ਚ ਚੰਗਾਈ ਇਹ ਹੈ ਕਿ ਜਿਹੜੇ ਦੋਸਤ ਮਿੱਤਰ ਸਾਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ, ਤੁਸੀਂ ਵੀ ਜਿਹੜੇ ਆਪੋ ਆਪਣੇ ਨਾਲ ਤੁਹਾਡੇ ਨਾਲ ਜੁੜੇ ਹੋਏ ਕੋਈ ਰਿਸ਼ਤੇਦਾਰ, ਕੋਈ ਦੋਸਤ, ਕੋਈ ਮਿੱਤਰ, ਤੁਸੀਂ ਆਪਣੀ ਡਿਊਟੀ ਨਿਭਾਓ। ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇਹ ਬਹੁਤ ਵੱਡਾ ਪੈਂਡੈਮਿਕ ਹੈ, ਇਹ ਕੋਈ ਮਜ਼ਾਕ ਦਾ ਪਾਤਰ ਹੈ ਨਹੀਂ, ਇਹਨੂੰ ਇੰਨਾ ਅਵੇਸਲੇਪਣ 'ਚ ਨਾ ਲਾਓ। ਘੱਟੋ ਘੱਟ ਜਿਹੜਾ 10 ਜਾਂ 20 ਰੁਪਏ ਦਾ ਮਾਸਕ ਹੈ ਉਹਨੂੰ ਲੈ ਕੇ ਲਾ ਲਓ, ਨਾਲੇ ਤਾਂ ਆਪ ਬਚੋਗੇ, ਨਾਲੇ ਰਹਿੰਦੇ ਜਿਹੜੇ ਤੁਹਾਡੇ ਨਾਲੇ ਦੁਆਲੇ ਤੁਹਾਡਾ ਮਾਹੌਲ ਹੈ, ਤੁਹਾਡੇ ਬੱਚੇ ਨੇ, ਤੁਹਾਡਾ ਗੁਆਂਢ ਮੱਥਾ, ਉਹ ਸਾਰੇ ਬਚੂਗਾ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਸਭ ਤੋਂ ਪਹਿਲਾਂ ਹਰਡ ਇਮਿਊਨਿਟੀ, ਜਿਵੇਂ ਲੋਕ ਬਹੁਤ ਸਾਰੇ ਆ ਰਹੇ ਨੇ, ਉਹ ਕਹਿੰਦੇ ਸਾਡੇ 'ਚ ਇਮਿਊਨਿਟੀ ਬਣ ਜਾਣੀ ਹੈ, ਸਾਨੂੰ ਕਰੋਨਾ ਵਾਇਰਸ ਨਹੀਂ ਹੋ ਸਕਦਾ। ਪਰ ਇੱਥੇ ਅਸੀਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇੱਕ ਵਾਰ ਨਹੀਂ, ਇਹ ਦੂਜੀ ਵਾਰ ਵੀ ਹੋ ਸਕਦਾ। ਬਹੁਤ ਸਾਰੀ ਐਗਜ਼ਾਮਪਲਸ ਸਾਹਮਣੇ ਆਈਆਂ ਨੇ ਕਿ ਇੱਕ ਵਾਰ ਜੇ ਕੋਈ ਰਿਕਵਰ ਹੋ ਗਿਆ, ਬੇਸ਼ੱਕ ਇਹਦੀ ਰਿਕਵਰੀ ਰੇਟ ਜ਼ਿਆਦਾ ਹੈਗੀ ਹੈ, ਇੱਕ ਵਾਰੀ ਰਿਕਵਰ ਹੋ ਗਿਆ, ਪਰ ਇਹ ਨਹੀਂ ਕਿ ਤੁਹਾਨੂੰ ਦੂਜੀ ਵਾਰ ਨਹੀਂ ਹੋ ਸਕਦਾ। ਸੋ ਤੁਸੀਂ ਦੂਜੀ ਵਾਰ ਵੀ ਇਹਦਾ ਸ਼ਿਕਾਰ ਹੋ ਸਕਦੇ ਹੈਗੇ ਆ। ਹੁਣ ਮਾਸਕ ਦੀ ਜਿੱਥੋਂ ਤੱਕ ਗੱਲ ਹੈਗੀ ਹੈ, ਕੈਲਗਰੀ ਦੇ ਵਿੱਚ ਡਿਬੇਟ ਹੋ ਰਹੀ ਹੈ ਕਿ ਮਾਸਕ ਪਾਉਣੇ ਚਾਹੀਦੇ ਨੇ। ਸਾਡੇ ਇੱਥੇ ਡਿਬੇਟ ਹੋ ਰਹੀ ਹੈ, ਇੱਥੇ ਕੋਰਟ ਤੋਂ ਆਰਡਰ ਗਿਆ ਹੈਗਾ, ਸਾਡੇ ਸਿਹਤ ਅਧਿਕਾਰੀ ਹੈਗੇ ਜਿਹੜੇ ਬੋਨੀ ਹੈਨਰੀ, ਉਹਨਾਂ ਨੂੰ, ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਮੈਂ ਮੈਂਡੇਟਰੀ ਨਹੀਂ ਕਰੂੰਗੀ ਮਾਸਕ। ਉਹ ਕਹਿੰਦੇ ਜੇ ਮੈਂ ਮਾਸਕ ਮੈਂਡੇਟਰੀ ਕਰ ਦਿੱਤੇ ਤਾਂ ਤੁਸੀਂ ਮਾਸਕ ਲਗਾ ਕੇ ਫਿਰ 20-30 ਜਣੇ ਇਕੱਠੇ ਹੋਣ ਲੱਗ ਜਾਣੇ ਆ। ਪਰ ਤੁਹਾਨੂੰ ਇਹ ਆਪ ਨੂੰ ਚਾਹੀਦਾ ਹੈ ਕਿ ਮਾਸਕ ਵੀ ਜੇ ਪਾਇਆ, ਪਰ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਅਣਜਾਣ ਵਿਅਕਤੀ ਦੇ ਕੋਲ ਜਾ ਰਹੇ ਹਾਂ, ਅਸੀਂ ਆਪਣੇ ਬਬਲ ਨੂੰ ਛੱਡ ਕੇ ਕਿਸੇ ਹੋਰ ਦੇ ਵੱਲ ਜਾ ਰਹੇ ਹੈਗੇ, ਤਾਂ ਸਾਨੂੰ ਘੱਟ ਤੋਂ ਘੱਟ 2 ਮੀਟਰ ਦੀ ਜਿਹੜੀ ਦੂਰੀ ਹੈਗੀ ਉਹ ਬਣਾ ਕੇ ਰੱਖਣੀ ਪੈਣੀ ਹੈਗੀ ਹੈ। ਤੇ ਨਾਲ ਜਿਹੜਾ ਸਿੰਪਲ ਚੀਜ਼ਾਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ, ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖੋ, ਹੱਥ ਆਪਦੇ ਸਾਫ਼ ਕਰਦੇ ਰਹੋ। ਉਹ ਤਾਂ ਸਾਨੂੰ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਹੈ ਕਿ ਤੁਸੀਂ ਕੀਪ ਵਾਸ਼ਿੰਗ ਯੂਰ ਹੈਂਡਸ। ਬੱਚਿਆਂ ਨੂੰ ਆਪਾਂ ਪਹਿਲੀ ਚੀਜ਼ ਇਹੀ ਸਿਖਾਉਂਦੇ ਆ ਜਦੋਂ ਥੋੜੇ ਬੱਚੇ ਵੱਡੇ ਹੋ ਜਾਂਦੇ ਕਿ ਹੱਥ ਧੋ ਕੇ ਤੁਸੀਂ ਬੈਠੋ ਜਿੱਥੇ ਵੀ ਜਾਣਾ ਹੈ, ਉਹ 2-4 ਵਾਰ ਤੁਸੀਂ ਵੱਧ ਧੋ ਲਓ। ਬਸ ਇਹ ਹੈ ਕਿ ਇਹ ਗਾਈਡਲਾਈਨਸ ਨੂੰ ਅਸੀਂ ਫੋਲੋ ਕਰ ਸਕਦੇ ਹਾਂ। ਹੋਰ ਅਸੀਂ, ਮੈਨੂੰ ਲੱਗਦਾ ਕਰੋਨਾ ਵਾਇਰਸ ਨੂੰ ਲੈ ਕੇ ਹੋਰ ਕੁਝ ਵੀ ਨਹੀਂ ਕਰ ਸਕਦੇ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ। ਵੈਕਸੀਨ ਦੀ ਤੁਸੀਂ ਗੱਲ ਕੀਤੀ ਸੀ, ਹੁਣ ਵੈਕਸੀਨ ਆ ਜਾਏਗੀ 2021 ਤੱਕ, ਮੰਨ ਲਓ ਵੈਕਸੀਨ ਆਉਂਦੀ ਹੈ, ਪਹਿਲਾਂ ਵੈਕਸੀਨ ਉੱਥੇ ਜਾਵੇਗੀ ਜਿੱਥੇ ਬਣਾਈ ਜਾਊਗੀ, ਫਿਰ ਦੂਜੇ ਨੰਬਰ ਤੇ ਜਾਊਗੀ ਜਿਹੜਾ ਉਹਨਾਂ ਦੇ ਨਾਲ ਕੰਟਰੈਕਟ ਕੀਤੇ ਹੋਣਗੇ। ਤੀਜੇ ਨੰਬਰ ਤੇ ਜੇ ਸਾਡੇ ਦੇਸ਼ 'ਚ ਮੰਨ ਲਓ ਸਾਡਾ ਕੰਟਰੈਕਟ ਉਹ ਦੇਸ਼ ਦੇ ਨਾਲ ਹੈ, ਸਾਡੇ ਦੇਸ਼ 'ਚ ਆ ਵੀ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਜਿਹੜੇ ਲੀਡਰਸ ਨੇ ਜਾਂ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਇਹ ਦਿੱਤੀ ਜਾਊਗੀ ਦਵਾਈ, ਫਿਰ ਸਾਡੇ ਸੀਨੀਅਰ ਹੋਮਸ ਦੇ ਵਿੱਚ ਸੀਨੀਅਰਸ ਨੂੰ ਦਿੱਤੀ ਜਾਵੇਗੀ। ਸਾਡੀ ਵਾਰੀ ਤਾਂ ਬਹੁਤ ਬਾਅਦ ਦੇ ਵਿੱਚ ਆਉਣੀ ਹੈ। ਸੋ ਇਹ ਹੈ ਕਿ ਸਾਨੂੰ ਆਪਦੇ ਆਪ ਦਾ ਧਿਆਨ ਖੁਦ ਰੱਖਣਾ ਪੈਣਾ। ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਹੈ। ਅਮਰੀਕਾ ਦੇ ਡਾਟੇ ਵੀ ਇਹੀ ਦੱਸਦੇ ਆ ਕਿ ਜਿਸ ਤਰੀਕੇ ਨਾਲ ਉੱਥੇ ਇਹ ਫੈਲਿਆ ਹੋਇਆ, ਜੇਕਰ 2021 ਚ ਆ ਵੀ ਜਾਂਦੀ ਹੈ ਤਾਂ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਫੀਡਸ ਦੇਣੀਆਂ ਨੇ ਜਾਂ ਉਹਨਾਂ ਦੇ ਰਿਜ਼ਲਟ ਆਉਣੇ, ਲਗਭਗ ਉਹਦੇ 'ਚ ਵੀ ਸਾਲ ਲੱਗ ਜਾਣਾ। ਸੋ ਇਸ ਕਰਕੇ ਇਹਨੂੰ ਇੱਕ ਆਪਾਂ ਲੰਬਾ ਦੌਰ ਸਮਝ ਕੇ ਚੱਲੀਏ, ਇਹਨੂੰ ਆਪਾਂ ਇੱਕ ਮਜ਼ਾਕ ਦਾ ਪਾਤਰ ਜਾਂ ਫਿਰ ਇਹ ਨਾ ਸਮਝੇ ਵੀ ਹਾਂਜੀ ਦਵਾਈ ਆਈ, ਸੁੱਚ ਬੰਦ, ਕਰੋਨਾ ਖਤਮ, ਗੋ ਕਰੋਨਾ ਗੋ। ਡੋਜ਼ ਵੀ ਜਿੰਨੀਆਂ ਮਰਜ਼ੀ ਲੈਣੀਆਂ ਪੈ ਸਕਦੀਆਂ ਨੇ। ਇਹ ਵੀ ਹੋ ਸਕਦਾ ਹੈ ਕਿ 6 ਮਹੀਨਿਆਂ ਦੇ ਇੱਕ ਵਾਰ ਸਾਨੂੰ ਵੈਕਸੀਨ ਲਗਵਾਉਣੀ ਪਵੇ, ਜਾਂ ਸਾਲ ਦੇ ਵਿੱਚ, ਜਿਵੇਂ ਅਸੀਂ ਫਲੂ ਦਾ ਟੀਕਾ ਹਰੇਕ ਸਾਲ ਲਗਵਾਉਂਦੇ ਹਾਂ। ਇੱਕ ਬੜੀ ਇੰਪੋਰਟੈਂਟ ਸਵਾਲ ਹੋਰ ਚੱਕਿਆ। ਇਹ ਗੱਲ ਹੈ ਕਿ ਜਿਹੜੀ ਫਾਰਮਾਸਿਊਟੀਕਲ ਕੰਪਨੀਆਂ ਨੇ ਦੁਨੀਆ ਦੇ ਵਿੱਚ, ਦੇਖੋ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਸ਼ਰੇਆਮ ਭ੍ਰਿਸ਼ਟਾਚਾਰ ਹੁੰਦਾ, ਬਿਲਕੁਲ, ਔਰ ਵੱਡੇ ਲੈਵਲ ਤੇ ਦੁਨੀਆ 'ਚ ਗਲੋਬਲ ਲੈਵਲ ਤੇ ਜੇਕਰ ਤੁਸੀਂ ਸਿਆਸਤ ਦੇਖੋਗੇ ਤਾਂ ਉਸ ਦੇ ਵਿੱਚ ਇਹ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ।
ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਪਹਿਲਾਂ ਤੁਹਾਨੂੰ 2 ਤੋਂ 3 ਮਹੀਨੇ ਦਾ ਇੱਕ ਸੀਜ਼ਨ ਦਾ ਦੇ ਦੇਣਾ ਹੈ ਵੀ ਆਹ ਸੀਜ਼ਨ ਦਾ ਤੁਹਾਡਾ ਹੋ ਗਿਆ ਠੀਕ, ਅਗਲੇ ਸੀਜ਼ਨ ਦੀ ਗਰੰਟੀ ਕੋਈ ਨਹੀਂ। ਸੋ ਉਸ ਕਰਕੇ ਉਹਨਾਂ ਨੇ ਆਪਣਾ ਕਾਰੋਬਾਰ ਕਰਨਾ ਹੈ ਜੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਕਿ ਬਜਾਏ ਆਪਾਂ ਨੂੰ ਹੁਣ ਤੋਂ ਆਪਾਂ ਜੇ ਸੰਜੀਦਗੀ ਦੇ ਨਾਲ ਚੱਲ ਪਈਏ, ਬਜਾਏ ਆਪਾਂ ਉਸ ਦੇ ਵਿੱਚ ਆਪਣਾ ਇਮਿਊਨ ਸਿਸਟਮ ਖਰਾਬ ਕਰੀਏ, ਆਪਣੀ ਸਿਹਤ ਖਰਾਬ ਕਰੀਏ ਜਾਂ ਫਿਰ ਸੀਜ਼ਨਲ ਖਰਾਬ ਹੋਣ ਲੱਗ ਜੇ, ਫਿਰ ਲੰਬੇ ਦੇ ਨਤੀਜੇ ਤੁਹਾਡੇ ਕੋਲ ਮਾੜੇ ਆ ਸਕਦੇ। ਇਹਦੇ ਵਿੱਚ ਫਿਰ 2 ਚੀਜ਼ਾਂ ਸਾਹਮਣੇ ਆਉਂਦੀਆਂ ਹਰਪ੍ਰੀਤ ਜੀ। ਹੁਣ ਅਸੀਂ ਇਹ ਹੈ ਕਿ ਇਹ ਵੀ ਨਹੀਂ ਕਿ ਅਸੀਂ ਇਸ ਡਰ ਤੋਂ ਬਾਹਰ ਜਾਣਾ ਹੀ ਬੰਦ ਕਰ ਦਈਏ ਕਿ ਅਸੀਂ ਘਰਾਂ ਦੇ ਵਿੱਚ ਬੈਠੇ ਰਹੀਏ, ਘਰਾਂ ਦੇ ਵਿੱਚ ਸਾਨੂੰ ਹੋਰ ਬਿਮਾਰੀਆਂ ਲੱਗਣਗੀਆਂ, ਮੈਂਟਲ ਹੈਲਥ ਦੇ ਇਸ਼ੂ ਇੰਨੇ ਵੱਧ ਰਹੇ ਹੈਗੇ। ਸੋ ਸਾਨੂੰ ਬਾਹਰ ਨਿਕਲਣਾ ਚਾਹੀਦਾ, ਇਕਨੋਮੀ ਜਿਹੜੀ ਰੀਸਟਾਰਟ ਹੋ ਰਹੀ ਹੈ, ਬਾਹਰ ਨਿਕਲੋ ਪਰ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ। ਇਹ 2 ਚੀਜ਼ਾਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਤੇ ਕਰੋਨਾ ਵਾਇਰਸ ਨੂੰ ਲੈ ਕੇ ਜਿੰਨੀ ਗੱਲ ਕਰੀ ਜਾਵੇ ਉਨੀ ਤਾਂ ਜਿਹੜੀ ਹੈਗੀ ਥੋੜੀ ਹੈ, ਪਰ ਕਰੋਨਾ ਵਾਇਰਸ ਦੇ ਕਨਸੀਕੁਐਂਸਸ ਜਿਹੜੇ ਨੇ ਉਹ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹੈਗੇ ਨੇ। ਉਹ ਚਾਈਨਾ ਦੀ ਗੱਲ ਅਸੀਂ ਜੇ ਸ਼ੁਰੂ ਚ ਕਰ ਲਈਏ, ਚਾਈਨਾ ਦੇ ਵਿੱਚ ਹੁਣ ਇਹ ਸੀ ਕਿ ਜਿਹੜਾ ਅਮਰੀਕਾ ਤੇ ਚਾਈਨਾ ਇੱਕ ਦੂਜੇ ਦੇ ਆਮੋ ਸਾਹਮਣੇ ਆਏ ਹੋਏ ਨੇ ਤੇ ਅਮਰੀਕਾ ਨੇ ਪਹਿਲਾਂ ਚਾਈਨਾ ਦੀਆਂ ਐਮਬੈਸੀਆਂ ਬੰਦ ਕਰ ਦਿੱਤੀਆਂ ਕੱਲ, ਤੇ ਅੱਜ ਫਿਰ ਹੁਣ ਚਾਈਨਾ ਨੇ ਅਮਰੀਕਾ ਦੀਆਂ ਐਮਬੈਸੀਆਂ ਬੰਦ ਕਰ ਦਿੱਤੀਆਂ। ਹੁਣ ਇੱਕ ਦੂਜੇ ਤੇ ਵਾਰ ਵਾਲਾ ਹਿਸਾਬ ਹੋ ਗਿਆ ਹੈ ਕਿ ਤੁਸੀਂ ਸਾਡੇ ਨਾਲ ਇਹ ਕੀਤਾ, ਅਸੀਂ ਤੁਹਾਡੇ ਨਾਲ ਇਦਾਂ ਕਰ ਦਾਂਗੇ। ਸੋ ਕੀ ਇਸ ਮਾਮਲੇ ਦੇ ਉੱਤੇ ਖਬਰ ਹੈਗੀ ਹੈ, ਤੁਸੀਂ ਦੱਸੋ। ਇਹ ਕਿਤੇ ਨਾ ਕਿਤੇ ਮੈਂ ਵੈਸੇ ਤਾਂ ਜਿਹੜੀ ਮੈਂ ਹੁਣ ਗੱਲ ਕਰੂੰਗਾ, ਹੋ ਸਕਦਾ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਐਂ ਲੱਗੇ ਵੀ ਯਾਰ ਇਹ ਤਾਂ ਮਤਲਬ ਬੇਫਜ਼ੂਲ ਗੱਲਾਂ ਕਰਦੇ ਆ, ਪਰ ਮੈਂ ਹਿਸਟਰੀ ਦਾ ਸਟੂਡੈਂਟ, ਹਿਸਟਰੀ ਪੜ੍ਹਨ ਦਾ ਮੌਕਾ ਲੱਗਿਆ ਜਦੋਂ ਆਪਾਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਜਾਂ ਉਸ ਤੋਂ ਪਹਿਲਾਂ ਸਾਡੇ ਦੇਸ਼ ਦੀ ਆਜ਼ਾਦੀ 1857 'ਚ ਜਿਹੜਾ ਬਗਾਵਤ ਹੋਈ ਸੀ, ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਇਹ ਇੱਕ ਰਾਤ 'ਚ ਨਹੀਂ ਹੁੰਦੀਆਂ, ਇਹਨਾਂ ਦੇ ਟਾਈਮ ਲੱਗਦੇ ਆ, ਹੌਲੀ ਹੌਲੀ ਮਾਹੌਲ ਬਣਦਾ। ਔਰ 2013 'ਚ ਜਦੋਂ ਭਾਰਤ ਦੇ ਵਿੱਚ ਚੋਣਾਂ ਹੋਣੀਆਂ ਸੀ ਤਾਂ ਮੈਂ 2013 'ਚ ਆਪਣੇ ਮੀਡੀਆ ਦੇ ਖੇਤਰ 'ਚ ਜਿਹੜੇ ਵੀ ਮੈਂ ਰੇਡੀਓ TV ਤੇ ਜਿੱਥੇ ਮੈਨੂੰ ਕੋਈ ਕਦੇ ਕਾਲ ਕਰਦਾ ਸੀ, ਮੈਂ ਉਸ ਵੇਲੇ ਹੀ ਇਹ ਗੱਲ ਕਰਦਾ ਹੁੰਦਾ ਸੀ ਕਿ ਸਾਡੇ ਦੇਸ਼ ਦੇ ਹਾਲਾਤ ਅੰਦਰੂਨੀ ਤੌਰ ਤੇ ਬਹੁਤ ਖਰਾਬ ਹੋ ਜਾਣੇ ਆ। ਇੱਕ ਵਾਰੀ ਮੈਂ ਕਿਸੇ TV ਤੇ ਗੱਲ ਕਰ ਰਿਹਾ ਸੀ ਤਾਂ ਉਹ ਦਰਸ਼ਕ ਆਨਲਾਈਨ ਚੱਲ ਰਿਹਾ ਸੀ, ਉਹ ਕਹਿੰਦੇ ਨਹੀਂ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਭਾਰਤ ਦੇ ਵਿੱਚ। ਮੈਂ ਕਿਹਾ ਜੀ ਜਿਸ ਤਰੀਕੇ ਦੇ ਨਾਲ ਹਾਵ ਭਾਵ ਬਣਦੇ ਜਾ ਰਹੇ ਆ, ਇਹ ਕਮਿਊਨਿਟੀਜ਼ ਨੂੰ ਇੱਕ ਦੂਸਰੀਆਂ ਘੱਟ ਗਿਣਤੀਆਂ ਤੇ ਅਟੈਕ ਹੋਣਗੇ ਜਾ ਕੇ ਅੱਗੇ, ਔਰ ਸਾਰਾ ਤੁਹਾਡੇ ਸਾਹਮਣੇ ਇਸ ਵੇਲੇ ਤੁਸੀਂ ਦੇਖ ਰਹੇ ਹੋ, ਸਾਰਾ ਕੁਝ ਉਹੀ ਹੋ ਰਿਹਾ ਹੁਣ ਉੱਥੇ। ਔਰ ਮੈਂ ਤਾਂ ਈਵਨ ਇਹ ਵੀ ਕਹਿੰਦਾ ਵੀ ਜੇ ਹਾਲਾਤ ਰਹੇ ਉੱਥੇ ਸਿਵਲ ਵਾਰ ਨਾ ਛਿੜ ਕੇ ਬਹਿ ਜਿਓ, ਦੇਸ਼ ਦੇ ਟੋਟੇ ਨਾ ਕਰਾ ਕੇ ਬਹਿ ਜਿਓ। ਉਹੀ ਹਾਲ ਹੁਣ ਦੁਨੀਆ ਦੇ ਵਿੱਚ ਹੈ। ਚਾਈਨਾ ਤੇ ਅਮਰੀਕਾ ਦੇ ਜਿਹੜੇ ਹਾਲਾਤ ਬਣਦੇ ਜਾਂਦੇ ਆ, ਅਮਰੀਕਾ ਨੇ ਹਿਊਸਟਨ ਦੇ ਵਿੱਚ ਪਹਿਲਾਂ ਉਹਨਾਂ ਦੀ ਐਮਬੈਸੀ ਬੰਦ ਕੀਤੀ। ਬਿਲਕੁਲ ਅਮਰੀਕਾ ਹੀ ਇੱਕ ਤਾਕੜ ਦੇਸ਼ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਈ ਵਾਰੀ ਬਾਕੀ ਮੁਲਕ ਕਿਤੇ ਨਾ ਕਿਤੇ ਇਸ ਮਾਮਲੇ 'ਚ ਉਹ ਆਪਣੇ ਬਿਜ਼ਨਸ ਇੰਟਰਸਟ ਦੇਖਦੇ ਆ। ਅਮਰੀਕਾ ਨੇ ਇਹ ਗੱਲ ਚੱਕੀ, ਚਾਹੇ ਉਹ ਚੋਣਾਂ ਦੇ ਵਿੱਚ ਆਪਾਂ ਡੋਨਲਡ ਟਰੰਪ ਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਬੋਲਦਾ ਬਹੁਤ ਹੈ, ਗਲਤ ਬੋਲਦਾ, ਇਹ ਕਰਦਾ, ਫਲਾਣਾ ਕਰਦਾ, ਪਰ ਡੋਨਲਡ ਟਰੰਪ ਦਾ ਜਿਹੜਾ ਕਹਿਣਾ ਕਿ ਇਹ ਵਾਇਰਸ ਨਹੀਂ ਹੈ, ਚੀਨੀ ਵਾਇਰਸ ਹੈ ਜਾਂ ਚਾਈਨੀਜ਼ ਵਾਇਰਸ ਹੈ। ਬਿਲਕੁਲ। ਸੋ ਉਹ ਗੱਲ ਦੇ ਵਿੱਚ ਚਾਈਨਾ ਕਟਹਿਰੇ 'ਚ ਖੜਾ ਨਜ਼ਰ ਵੀ ਆਉਂਦਾ। ਚਾਈਨਾ ਦੇ ਕੋਲ ਕਿਹੜੀ ਟੂਟੀ ਸੀ ਵੀ ਵਾਇਰਸ ਉੱਥੇ ਹੋਇਆ, ਵੁਹਾਨ ਦੇ ਵਿੱਚ ਹੋਇਆ, ਵੁਹਾਨ ਤੋਂ ਸ਼ੰਘਾਈ ਜਿਹੜੀ ਉਹਨਾਂ ਦੀ ਕੈਪੀਟਲ ਹੈ ਉਹਨਾਂ ਦੇ ਵਿੱਚ ਵੀ, ਇਹਨਾਂ ਦੇ ਵਿੱਚ ਬਿਲਕੁਲ ਨਹੀਂ ਹੋਇਆ। ਉਹ ਬਿਲਕੁਲ ਬੰਦ ਕਰੀ ਬੈਠੇ ਆ। ਸੋ ਉਹ ਕਟਹਿਰੇ 'ਚ ਆਪਾਂ ਉਹਨੂੰ ਮਾਫ ਨਹੀਂ ਕਰ ਸਕਦੇ ਵੀ ਹਾਂਜੀ ਉਹਨਾਂ ਨੂੰ ਕਹਿ ਦੇ ਵੀ ਨਹੀਂ ਜੀ ਨਹੀਂ ਉਹਨਾਂ ਦੀ ਗਲਤੀ ਨਹੀਂ ਸੀ। ਹੁਣ ਜਿਹੜਾ WHO ਦੇ ਜਿਹੜੇ ਚੀਫ ਨੇ ਟੈਡਰੋਸ ਸਾਹਿਬ, ਉਹ 3 ਮਹੀਨੇ ਚੁੱਪ ਕਿਉਂ ਰਹੇ? ਜਦੋਂ ਚਾਈਨਾ ਤੋਂ 2 ਤੋਂ 3 ਲੱਖ ਬੰਦਾ ਅਮਰੀਕਾ ਦੇ ਵਿੱਚ, ਬਾਕੀ ਮੁਲਕਾਂ ਦੇ ਵਿੱਚ ਚਲਾ ਗਿਆ, ਜਦੋਂ ਇਹ ਸਾਰੇ ਪਾਸੇ ਸਪਰੈਡ ਹੋ ਗਿਆ, ਫਿਰ ਜਾ ਕੇ ਤੁਸੀਂ ਪੈਂਡੈਮਿਕ ਇਹ ਐਲਾਨ ਕਰਦੇ ਹੋ ਜੀ। ਹੁਣ ਇਹ ਸਾਰੀਆਂ ਚੀਜ਼ਾਂ ਨੇ ਇਕਨੋਮੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਸ਼ੀਤ ਯੁੱਧ ਪਹਿਲਾਂ ਸ਼ੁਰੂ ਹੋਇਆ ਔਰ ਇਹ ਤੀਸਰੇ ਮਹਾਯੁੱਧ ਵੱਲ ਨੂੰ ਜਾ ਸਕਦਾ। ਉਹਦਾ ਕਾਰਨ ਇਹ ਹੈ ਕਿਉਂਕਿ ਜਿਸ ਤਰੀਕੇ ਨਾਲ ਦੇਸ਼ਾਂ ਦਾ ਨੁਕਸਾਨ ਹੋਇਆ ਔਰ ਸਾਰੇ ਦੇਸ਼ ਮਹਿਸੂਸ ਕਰਦੇ ਆ ਕਿ ਚਾਈਨਾ ਦਾ ਕਥਿਤ ਰੂਪ ਵਿੱਚ ਇਸ ਦੇ ਵਿੱਚ ਬਿਲਕੁਲ ਗਲਤੀ ਹੈ। ਆਸਟ੍ਰੇਲੀਆ ਨੇ ਪਹਿਲਾਂ ਕਿਹਾ, ਯੂਰਪੀਅਨ ਮੁਲਕਾਂ ਨੇ ਪਹਿਲਾਂ ਕਿਹਾ, ਹੁਣ ਅਮਰੀਕਾ ਲਗਾਤਾਰ ਕਹਿ ਰਿਹਾ। ਅਮਰੀਕਾ ਨੇ ਤਾਂ ਹੁਣ ਐਮਬੈਸੀਆਂ ਤੱਕ ਵੀ ਉਹਨਾਂ ਦੀ ਹਿਊਸਟਨ ਦੇ ਵਿੱਚ ਇਹ ਕਹਿ ਕੇ ਬੰਦ ਕੀਤੀ ਆ ਕਿ ਚਾਈਨੀਜ਼ ਉਹਨਾਂ ਦਾ ਜਿਹੜੇ ਡਾਟੇ ਨੇ ਸੁਰੱਖਿਆ ਦੇ ਨਾਲ ਜੁੜੇ ਹੋਏ, ਉਹਨਾਂ ਦੇ ਵਿੱਚ ਸੀਂਧਮਾਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਚਾਈਨਾ ਦੁਨੀਆ ਭਰ ਦੇ ਵਿੱਚ ਸਾਰੇ ਦੇਸ਼ਾਂ ਨੂੰ ਖਤਰਾ ਪੈਦਾ ਹੋ ਗਿਆ, ਇਸ ਕਰਕੇ ਅਸੀਂ ਇਹਨਾਂ ਦੀ ਹਿਊਸਟਨ ਦੇ ਵਿੱਚ ਆਪਣੀ ਐਮਬੈਸੀ ਬੰਦ ਕਰਦੇ ਹਾਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਕੱਲੀ ਇਹ ਨਹੀਂ ਬੰਦ ਕੀਤੀ, ਅਸੀਂ ਹੋਰ ਵੀ ਬੰਦ ਕਰ ਸਕਦੇ ਹਾਂ। ਹੁਣ ਚਾਈਨਾ ਨੇ ਆਪਣਾ ਉਧਰ ਚਿੰਗਡੂ ਜਿਹੜਾ ਪੈਂਦਾ ਉਸ ਦੇ ਵਿੱਚ ਅਮਰੀਕਨ ਐਮਬੈਸੀ ਨੂੰ ਬੰਦ ਕਰਨ ਦਾ ਐਲਾਨ ਕਰਤਾ ਹੈ।
ਅਮਰੀਕਾ ਵਾਸਤੇ ਵੀ ਉਹ ਐਮਬੈਸੀ ਬੜੀ ਇੰਪੋਰਟੈਂਟ ਸੀ। ਉਹਦਾ ਕਾਰਨ ਸੀ ਕਿਉਂਕਿ ਉੱਥੋਂ ਨਾਲ ਤਿੱਬਤ ਤੇ ਹੋਰ ਮੁਲਕ ਲੱਗਦੇ ਸੀ ਜਿੱਥੋਂ ਅਮਰੀਕਾ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਉਹਨਾਂ ਨਾਲ ਇੰਟਰਲਿੰਕ ਹੋਏ ਰਹਿੰਦੇ ਸੀ। ਹੁਣ ਟਿਟ ਫॉर ਟੈਟ ਤਾਂ ਸ਼ੁਰੂ ਹੋ ਗਿਆ ਜੀ, ਇਹ ਹੁਣ ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏਗੀ। ਸੋ ਇਸੇ ਕਰਕੇ ਹਾਲਾਤ ਜਿਹੜੇ ਬਣਦੇ ਜਾ ਰਹੇ ਆ। ਇਕਨੋਮੀ ਸੈਕਸ਼ਨ ਲਾਉਣ ਦੀ ਅਮਰੀਕਾ ਗੱਲ ਕਰ ਰਿਹਾ। ਅਮਰੀਕਾ ਕਹਿ ਰਿਹਾ ਕਿ ਅਸੀਂ ਸਟੂਡੈਂਟਸ ਉਹਨਾਂ ਦੇ ਬੁਲਾਉਣੇ ਨਹੀਂ, ਉਹਨਾਂ ਦਾ ਸਮਾਨ ਅਸੀਂ ਖਰੀਦਣਾ ਨਹੀਂ। ਦੁਨੀਆ ਨੂੰ ਵੀ ਇਹੀ ਕਿਹਾ ਜਾ ਰਿਹਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਚਾਈਨਾ ਵੀ ਆਪੋ ਆਪਣੀ ਕੈਲਨਸ ਡਿਵੈਲਪ ਕਰ ਰਿਹਾ ਹੈ, ਇਹ ਦੋ ਧੜੇ ਬਣਦੇ ਜਾ ਰਹੇ ਆ। ਔਰ ਇੰਪੋਰਟੈਂਟ ਗੱਲ ਅਰਸ਼ ਜੀ, ਅਮਰੀਕਾ ਦਾ ਜਿਹੜਾ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਉਹਨਾਂ ਨੇ ਤਾਂ ਕੱਲ ਪਬਲਿਕਲੀ ਤੌਰ ਤੇ ਕਿਹਾ ਜੀ ਕਿ ਸਾਨੂੰ ਇਸ ਵੇਲੇ ਜਿਹੜੇ ਚਾਈਨਾ ਦੁਨੀਆ ਭਰ ਦੇ ਵਿੱਚ ਖਤਰਾ ਬਣਦਾ ਜਾਂਦਾ ਹੈ, ਇਸ ਦੇ ਖਿਲਾਫ ਇੱਕ ਗੱਠਜੋੜ ਬਣਾਉਣਾ ਪੈਣਾ। ਅਸੀਂ ਸਾਰੇ ਗੱਠਜੋੜ ਹੋਈਏ, ਅਸੀਂ ਇਕੱਲੇ ਨਹੀਂ। ਉਸ ਦੇ ਵਿੱਚ G7 ਵੀ ਹੋਵੇ, ਉਹਦੇ 'ਚ UNO ਵੀ ਹੋਵੇ, ਉਹਦੇ G20 ਵੀ ਹੋਵੇ। ਉਹ ਸਾਰੇ ਮੁਲਕ ਇਕੱਠੇ ਹੋਣ ਤਾਂ ਜੋ ਚਾਈਨਾ ਤੇ ਜਿਹੜਾ ਆਪ ਖੁਦਰੀਆਂਪਣ ਕਰ ਰਿਹਾ ਹੈ ਉਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਹੁਣ ਇਹ ਗੱਲ ਕਿੱਥੇ ਜਾ ਕੇ ਰੁਕਦੀ ਹੈ, ਇਹ ਦੇਖਣ ਵਾਲੀ ਗੱਲ ਹੋਊਗੀ। ਆਪਾਂ ਤਾਂ ਅਰਦਾਸ ਕਰ ਸਕਦੇ ਹਾਂ ਪਰਮਾਤਮਾ ਅੱਗੇ ਵੀ ਸੁਖੀ ਸ਼ਾਂਤੀ ਰਹੇ। ਜੀ ਬਿਲਕੁਲ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਦੂਜੇ ਦੇ ਪ੍ਰਤੀ ਜਿਹੜਾ ਹੈਗਾ ਆ ਉਹ ਗੁੱਸਾ ਦਿਖਾਉਣਾ, ਉਹ ਇਸ ਤਰ੍ਹਾਂ ਨਾਲ ਦਿਖਾਉਣਾ, ਇਹ ਹੁਣ ਕਿੱਥੇ ਜਾ ਕੇ ਰੁਕਣਾ ਆ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਹੁਣ ਸਮਾਂ ਸਾਨੂੰ ਇਹ ਦੱਸ ਰਿਹਾ ਕਿ ਬ੍ਰੇਕ ਲਾ ਲੈਣੀ ਚਾਹੀਦੀ ਹੈ, ਕਿ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ। ਜੀ ਬਿਲਕੁਲ, ਸਟ੍ਰੇਟ ਟਾਕ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਿਆ ਛੋਟੀ ਜਿਹੀ ਬ੍ਰੇਕ ਦਾ, ਪਰ ਬ੍ਰੇਕ ਤੋਂ ਬਾਅਦ ਗੱਲਬਾਤ ਹੋਵੇਗੀ ਭਾਰਤ ਦੇ ਬਾਰੇ, ਪੰਜਾਬ ਦੇ ਬਾਰੇ। ਤੁਸੀਂ ਕਿਧਰੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ ਟੀਵੀ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਪ੍ਰੋਗਰਾਮ ਚੱਲ ਰਿਹਾ ਹੈ ਸਟ੍ਰੇਟ ਟਾਕ ਸਿੱਧੀ ਗੱਲ, ਤੇ ਮੇਰੇ ਨਾਲ ਪਹੁੰਚੇ ਹੋਏ ਨੇ ਹਰਪ੍ਰੀਤ ਸਿੰਘ ਧਾਲੀਵਾਲ ਜੀ। ਸੋ ਹਰਪ੍ਰੀਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਚਾਈਨਾ ਤੇ ਗੱਲ ਕੀਤੀ ਕਰੋਨਾ ਵਾਇਰਸ ਦੇ ਬਾਰੇ, ਤੇ ਪਰ ਹੁਣ ਤੁਹਾਨੂੰ ਭਾਰਤ ਲੈ ਚੱਲਦੇ ਹਾਂ ਅਸੀਂ ਕਿ ਭਾਰਤ ਦੇ ਵਿੱਚ ਕੀ ਹੋ ਰਿਹਾ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਯੋਧਿਆ ਬਾਰੇ ਗੱਲ ਕੀਤੀ ਸੀਗੀ, ਉਹਦੇ ਵਿੱਚ ਹੁਣ ਬਿਆਨ ਆ ਰਿਹਾ ਹੈਗਾ ਅਡਵਾਨੀ ਸਾਹਿਬ ਦਾ। ਕੀ ਬਿਆਨ ਹੈਗਾ? ਅਯੋਧਿਆ ਦਾ ਮਾਮਲਾ ਤੁਹਾਨੂੰ ਪਤਾ ਹੈ ਕਿ ਸਨ 1992 ਚ ਜਦੋਂ ਸਾਰੀ ਦੀ ਸਾਰੀ ਹਿੰਦੂ ਤਾਂ ਕੱਟੜ ਜਮਾਤਾਂ ਇਕੱਠੀਆਂ ਹੋ ਕੇ ਅਯੋਧਿਆ ਵੱਲੋਂ ਗਈਆਂ ਸੀ, ਤੇ LK ਅਡਵਾਨੀ ਉਸ ਵੇਲੇ BJP ਦਾ ਇੱਕ ਕੱਟੜ ਚਿਹਰਾ ਦੇ ਤੌਰ ਤੇ ਜਾਣੇ ਜਾਂਦੇ ਸੀ। ਰਥ ਯਾਤਰਾ ਕੀਤੀ, ਰਥ ਯਾਤਰਾ ਤੋਂ ਬਾਅਦ ਫਿਰ ਉੱਥੇ ਪਹੁੰਚੇ, ਉੱਥੇ ਬਜਰੰਗ ਦਲ ਆ ਗਿਆ, ਉੱਥੇ ਸ਼ਿਵ ਸੈਨਾ ਆ ਗਈ, ਉੱਥੇ ਵੱਡੀ ਗਿਣਤੀ ਦੇ ਵਿੱਚ ਕਾਰ ਸੇਵਕ ਤੇ ਹੋਰ ਆ ਕੇ ਉਹਨਾਂ ਨੇ ਬਾਬਰੀ ਮਸਜਿਦ ਢਾਹੀ। ਜੀ ਬਿਲਕੁਲ। ਔਰ ਢਾਉਣ ਤੋਂ ਬਾਅਦ ਚਾਹੇ LK ਅਡਵਾਨੀ, ਚਾਹੇ ਮੁਰਲੀ ਮਨੋਹਰ ਜੋਸ਼ੀ, ਚਾਹੇ ਕਲਿਆਣ ਸਿੰਘ, ਚਾਹੇ ਉਮਾ ਭਾਰਤੀ, ਚਾਹੇ ਬਿਨੇ ਕਟਿਆਰ, ਜਿੰਨੇ ਵੀ ਬੰਦੇ ਸੀ ਇਹ ਸਾਰੇ ਬੜਾ ਮਾਣ ਨਾਲ ਕਹਿੰਦੇ ਸੀ ਕਿ ਅਸੀਂ ਬਹੁਤ ਦੇਰ ਦਾ ਇਹ ਕੰਡਾ ਸੀ, ਅਸੀਂ ਕੱਢਤਾ ਹੈ। ਇਹ ਇੱਕ ਬੜਾ ਵੱਡਾ ਸਾਡੇ ਤੇ ਜ਼ਖਮ ਸੀ, ਅਸੀਂ ਸਾਫ਼ ਕਰਤਾ ਹੈ। ਉਸ ਵੇਲੇ ਤਾਂ ਬੜੇ ਚੌੜੇ ਹੋ ਕੇ ਕਹਿੰਦੇ ਸੀ। ਔਰ ਉਸ ਸਿਰ ਤੇ ਉਹਨਾਂ ਨੇ ਫਿਰ ਵੋਟਾਂ ਵੀ ਅੱਗੇ ਲੈਣੀਆਂ ਸ਼ੁਰੂ ਕੀਤੀਆਂ, ਤੇ ਲੋਕਾਂ ਨੂੰ ਲੱਗਿਆ ਕਿ ਹਾਂਜੀ ਸਾਡਾ ਧਾਰਮਿਕ ਮਸਲਾ ਸੀ ਜੀ, ਸਾਡੇ ਤੇ ਕਬਜ਼ਾ ਹੋਇਆ ਸੀ। ਹੁਣ ਉਸ ਮਾਮਲੇ 'ਚ ਜਦੋਂ 1992 ਤੋਂ ਬਾਅਦ ਇਹ ਉਦੋਂ ਦਾ ਕੇਸ ਚੱਲਿਆ ਆ ਰਿਹਾ ਹੈ। ਰੋਚਕ ਗੱਲ ਇਹ 'ਚ ਪਤਾ ਕੀ ਹੈ ਜੀ, ਹਾਲਾਂਕਿ ਜਿਹੜੀ ਰਾਮਲੱਲਾ ਦੀ ਥਾਂ ਹੈ ਜਿੱਥੇ ਉਹਨਾਂ ਨੇ ਜਨਮ ਲਿਆ ਸੀ, ਉਸ ਮਾਮਲੇ 'ਚ ਤਾਂ ਕੋਰਟ ਨੇ ਫੈਸਲਾ ਹਿੰਦੂ ਦੇ ਧਿਰਾਂ ਦੇ ਪੱਖ 'ਚ ਦੇ ਦਿੱਤਾ ਵੀ ਜੀ ਇਹ ਹੁਣ ਇਹਨਾਂ ਦੀ ਹੈ, ਇਹ ਮੰਦਿਰ ਇੱਥੇ ਬਣਾਉਣਗੇ, ਸਾਰਾ ਕੁਝ ਕਰਨਗੇ, ਤੁਸੀਂ ਆਪਣੀ ਮਸਜਿਦ ਕਿਤੇ ਜਾ ਕੇ ਹੋਰ ਬਣਾਉਣੀ ਆ ਬਣਾ ਸਕਦੇ ਹੋ। ਹੁਣ ਦੂਜੇ ਪਾਸੇ ਉਸ ਢਾਉਣ ਦੇ ਮਾਮਲੇ ਦੇ ਵਿੱਚ ਬੜਾ ਲਟਕਿਆ ਮਾਮਲਾ ਜੀ। ਸੁਪਰੀਮ ਕੋਰਟ ਨੇ ਫਿਰ ਹੁਕਮ ਜਾਰੀ ਕੀਤਾ ਕੋਰਟ ਨੂੰ ਕਿ ਇਹਦਾ 31 ਅਗਸਤ 2020 ਤੱਕ ਇਸ ਦਾ ਸਾਰੇ ਤੋਂ ਸਾਰਾ ਨਿਚੋੜ ਕੱਢ ਕੇ ਫੈਸਲਾ ਦਿਓ। ਹੁਣ 31 ਅਗਸਤ ਨੇੜੇ ਆ ਰਹੀ ਹੈ। ਉਸ ਮਾਮਲੇ ਦੇ ਵਿੱਚ ਉਹੀ ਸਾਰੇ ਨੇਤਾ ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਰਿਕਾਰਡ ਪਏ ਨੇ, ਜਿਨ੍ਹਾਂ ਦੇ ਮੀਡੀਆ ਦੇ ਵਿੱਚ ਬਾਈਟਾਂ ਪਈਆਂ ਨੇ, ਜਿਨ੍ਹਾਂ ਦੇ ਬਿਆਨ ਅਖਬਾਰਾਂ 'ਚ ਲੱਗੇ ਹੋਏ ਆ ਕਿ ਅਸੀਂ ਇਹ ਢਾਇਆ ਸਾਰਾ, ਹੁਣ ਉਹੀ ਨੇਤਾ ਬਿਲਕੁਲ ਉਲਟ ਰੂਪ ਦੇ ਵਿੱਚ ਪੇਸ਼ ਆ ਰਹੇ ਨੇ। ਚਾਹੇ ਉਮਾ ਭਾਰਤੀ ਹੋਵੇ, ਚਾਹੇ ਜਿੰਨੇ ਵੀ ਲੀਡਰਾਂ ਦੇ ਪਹਿਲਾਂ ਮੈਂ ਨਾਂ ਲਏ ਆ, ਉਹਨਾਂ 'ਚੋਂ ਹੁਣ LK ਅਡਵਾਨੀ ਸਾਹਿਬ ਦੀ ਕੱਲ ਵਰਚੁਅਲ ਕੋਰਟ ਦੇ ਵਿੱਚ ਪੇਸ਼ੀ ਸੀ। ਆਪਣੇ ਘਰ 'ਚੋਂ ਬਹਿ ਕੇ ਉਹ ਵੀਡੀਓ ਤੇ ਆਪਣਾ ਬਿਆਨ ਦੇ ਰਹੇ ਸੀ। 10-150 ਸਵਾਲ ਉਹਨਾਂ ਨੂੰ ਪੁੱਛਿਆ, 1000 ਤੋਂ ਉੱਪਰ। ਉਹ ਸਾਰੇ ਸਵਾਲਾਂ 'ਚ ਆਪਣੇ ਆਪ ਨੂੰ ਇਹ ਸਾਬਤ ਕਰਦੇ ਰਹੇ ਕਿ ਮੈਂ ਤਾਂ ਪੀੜਤਾਂ ਜੀ, ਮੈਂ ਤਾਂ ਸਿਆਸੀ ਤੌਰ ਤੇ ਫਸਾਇਆ ਗਿਆ, ਮੈਂ ਤਾਂ ਬਿਲਕੁਲ, ਮੈਨੂੰ ਇਹਦਾ ਕੁਝ ਪਤਾ ਨਹੀਂ ਹੈ।
ਹਾਲਾਂਕਿ ਦੂਜੇ ਪਾਸੇ ਜਿਹੜੇ ਜਾਗਰੂਕ ਜਰਨਲਿਸਟ ਨੇ ਉਹਨਾਂ ਦੀਆਂ ਫੋਟੋਆਂ ਉਸ ਵੇਲੇ ਦੀਆਂ ਉੱਥੇ ਦਿਖਾ ਰਹੇ ਨੇ। ਹੁਣ ਅਡਵਾਨੀ ਸਾਹਿਬ ਦੇ ਮਾਮਲੇ 'ਚ ਇਸ ਤੋਂ ਪਹਿਲਾਂ ਮੁਰਲੀ ਮਨੋਹਰ ਜੋਸ਼ੀ ਨੇ ਵੀ ਇੱਕ ਦਿਨ ਪਹਿਲਾਂ ਵੀ ਆਹੀ ਕੁਝ ਕਿਹਾ ਜੀ, ਮੈਂ ਤਾਂ ਗਰੀਬ ਗਊ ਆ, ਮੈਨੂੰ ਕਿਉਂ ਫਸਾ ਰਹੇ ਹੋ, ਮੇਰਾ ਤਾਂ ਕੋਈ ਲੈਣ ਦੇਣੇ ਨਹੀਂ। ਸੋ ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਹਿ ਤਾਂ ਇਹੀ ਰਹੇ ਨੇ ਕਿ ਅਸੀਂ ਕੁਝ ਨਹੀਂ ਕਰਨਾ ਹੁਣ, ਪਰ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਆ, ਆਪਾਂ ਨੂੰ ਵੀ ਲੱਗਦਾ ਹੈ ਕਿ ਜਦੋਂ ਕੋਰਟਾਂ ਨੇ ਬਿਆਨਾਂ ਦੇ ਆਧਾਰ ਤੇ ਚੱਲਣਾ ਹੁੰਦਾ, ਸਬੂਤਾਂ ਦੇ ਆਧਾਰ ਤੇ ਚੱਲਣਾ ਹੁੰਦਾ, ਜਦੋਂ ਸਰਕਾਰਾਂ ਆਪਣੀਆਂ ਨੇ ਤੇ ਸਾਰਾ ਕੁਝ ਆਪਣਾ ਹੈ, ਸਾਰਾ ਕੁਝ ਹੁੰਦਾ ਆ ਪੁਰਾਣੀਆਂ ਹਿਸਟਰੀਆਂ ਦੇ ਵਿੱਚ, ਸੋ ਨਤੀਜਿਆਂ ਦੀ ਤਾਂ ਹੁਣੇ ਤੋਂ ਆਪਾਂ ਨੂੰ ਆਸ ਲੱਗਦੀ ਹੈ। ਪਰ ਹਾਂ ਇਹ ਜ਼ਰੂਰ ਹੈ ਕਿ ਇਹਦੀ ਚਰਚਾ ਜ਼ਰੂਰ ਹੋਈ ਜਾਣੀ ਹੈ ਕਿ ਅਡਵਾਨੀ ਸਾਹਿਬ ਨੇ ਕੋਰਟ ਦੇ ਵਿੱਚ ਬਿਆਨ ਦਿੱਤੇ, ਮੁਰਲੀ ਮਨੋਹਰ ਜੋਸ਼ੀ ਜੀ ਨੇ ਬਿਆਨ ਦਿੱਤੇ, ਪਰ ਇਸ ਦੇ ਨਤੀਜੇ ਆਪਾਂ ਨੂੰ ਹੁਣੇ ਤੋਂ ਦਿਖਦੇ ਆ, ਕਿਉਂਕਿ ਪਹਿਲਾਂ ਜਿਹੜਾ ਅਯੋਧਿਆ ਦਾ ਮਾਮਲੇ ਦੇ ਜਿਸ ਤਰੀਕੇ ਨਾਲ ਨਤੀਜਾ ਆਇਆ ਉਹ ਪਹਿਲਾਂ ਤੋਂ ਹੀ ਤੁਹਾਨੂੰ ਦਿਖਾਵਾ ਸ਼ੁਰੂ ਕਰਦਾ ਕਿ ਇਸ ਤਰ੍ਹਾਂ ਦਾ ਹਾਲਾਤ ਬਣ ਸਕਦੇ ਜੀ। ਹੁਣ ਜੇ ਅਸੀਂ ਰਾਜਸਥਾਨ ਦੇ ਵੱਲ ਚੱਲੀਏ ਤੇ ਰਾਜਸਥਾਨ ਦੀ ਸਿਆਸਤ ਵੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਹਾਈ ਕੋਰਟ ਤੋਂ ਇੱਕ ਫੈਸਲਾ ਆਇਆ, ਮੌਜੂਦਾ ਕੀ ਹਾਲਾਤ ਬਣੇ ਹੋਏ ਨੇ? ਬੜਾ ਅਰਸ਼ੀ ਕਈ ਦਿਨਾਂ ਦੀ ਖਿੱਚਮ ਖਿੱਚ ਚੱਲ ਰਹੀ ਹੈ। ਸਰਕਾਰਾਂ ਨੇ ਚੱਲਣਾ ਹੁੰਦਾ ਸਰਕਾਰੀ ਕੋਠੀਆਂ ਤੋਂ ਜੀ, ਸਰਕਾਰੀ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਸਰਕਾਰੀ ਤੰਤਰ ਤੋਂ, ਜਾਂ ਫਿਰ ਲੋਕਾਂ ਦੇ ਵਿੱਚ ਜਾ ਕੇ ਵਿਚਰਨਾ ਹੁੰਦਾ ਹੈ। ਪਰ ਸਾਡੇ ਇੱਥੇ ਬੜੀ ਰੋਚਕ ਗੱਲ ਇਹ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਲੋਕਾਂ ਦੀ ਬਜਾਏ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੋਂ ਵੱਧ ਖਤਰਾ ਹੁੰਦਾ। ਰਾਜਸਥਾਨ ਦੀ ਸਰਕਾਰ ਅਸ਼ੋਕ ਗਹਿਲੋਤ ਸਾਹਿਬ ਦੀ, ਉਹਨਾਂ ਦਾ ਡਿਪਟੀ ਉਹਨਾਂ ਨਾਲ ਰੁੱਸ ਗਿਆ, ਉਹ ਆਪਣਾ ਸਚਿਨ ਪਾਇਲਟ ਅਲੱਗ ਆਪਣੇ 20 MLA 22 ਲੈ ਕੇ ਬੈਠਾ, ਔਰ ਅਸ਼ੋਕ ਗਹਿਲੋਤ ਸਾਹਿਬ ਵੈਸੇ ਤਾਂ ਕਹਿ ਰਹੇ ਕਿ ਇੱਥੇ ਲੋਕਤੰਤਰ ਦੀ ਜਿੱਤ ਹੈ, ਅਸੀਂ ਜਾਣਾ ਕਿਸੇ ਪਾਸੇ ਨਹੀਂ, ਪਰ ਆਪਣੇ 102 MLA ਲੈ ਕੇ ਫੇਅਰਮਾਊਂਟ 5 ਸਟਾਰ ਹੋਟਲ ਦੇ ਵਿੱਚ ਉਹਨਾਂ ਨੂੰ ਉੱਥੋਂ ਬਾਹਰ ਨਹੀਂ ਨਿਕਲਣ ਦੇ ਰਹੇ। ਜੀ ਬਿਲਕੁਲ, ਉਹ ਨਿਕਲਣ ਇਸ ਕਰਕੇ ਨਹੀਂ ਦੇ ਰਹੇ ਕਿ ਉਹਨਾਂ ਨੂੰ ਆਪਣੇ MLA ਤੇ ਕਹਿੰਦੇ ਆ ਕਿ ਸਾਡੇ MLA ਨੇ ਜੀ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਪਰ ਉਹਨਾਂ ਨੂੰ ਪਤਾ ਹੈ ਜਿਹੜੇ ਲੋਕਤੰਤਰ ਦੇ ਚੁਣੇ ਹੋਏ ਨੇ ਨਾ, ਜੇ ਕੰਧ ਤੋਂ ਬਾਹਰ ਜਾਣ ਦਿੱਤੇ ਇਹਨਾਂ ਨੇ ਉਹਦੀ ਵਿਕ ਜਾਣਾ ਜੀ। ਇਸ ਕਰਕੇ ਉਹਨਾਂ ਤੇ ਇੱਕ ਦਿਨ ਦੇ ਜਿਹੜੇ ਖਰਚੇ ਆ ਰਹੇ ਨੇ, ਇੱਕ ਕਮਰੇ ਦਾ ਜਿਹੜਾ ਉੱਥੇ ਜਿਹੜਾ ਮਾੜੇ ਤੋਂ ਮਾੜਾ 5 ਸਟਾਰ ਹੋਟਲ ਦਾ ਕਮਰਾ ਹੁੰਦਾ ਹੈ ਉਹ 8-10 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ, ਤੇ ਲਗਜ਼ੀਰੀਅਸ ਜਿਹੜੇ ਸਿਊਟ ਵਗੈਰਾ ਹੁੰਦੇ ਆ 50-50 ਹਜ਼ਾਰ ਦੇ ਹੁੰਦੇ ਆ। 12 ਦਿਨਾਂ ਤੋਂ 102 ਬੰਦੇ ਬੈਠੇ ਆ, ਨਾਲ ਉਹਨਾਂ ਦਾ ਅਮਲਾ ਫੈਲਾ ਉੱਥੇ ਬੈਠਾ। ਤੁਸੀਂ ਅੰਦਾਜ਼ਾ ਲਾਓ ਕਿ 2 ਕਰੋੜ ਦੇ ਕਰੀਬ ਤਾਂ ਹੁਣ ਤੱਕ ਦੇ ਡਾਟੇ ਨੇ ਕਿ ਉਹਨਾਂ ਦਾ ਬਿੱਲ ਬਣ ਗਿਆ। ਦੂਜੇ ਪਾਸੇ ਗਰੀਬ ਵਰਗ ਜਿਹੜਾ ਉਹਦੀ ਦਿਨਾਂ ਦੀ ਮਹੀਨਿਆਂ ਦੀ ਕਮਾਈ ਲਾਈਏ ਜਾਂ ਸਾਲਾਂ ਦੀ ਕਮਾਈ ਲਾਈਏ ਇੰਨੀ ਬਣਦੀ ਨਹੀਂ। ਲੋਕਤੰਤਰ ਦਾ ਕਤਲ ਸਾਡੇ ਮੁਲਕ 'ਚ ਹੋ ਰਿਹਾ ਹੈ। ਬਿਲਕੁਲ, ਇਸ ਵੇਲੇ ਭਾਜਪਾ ਸਰਕਾਰ ਹੈ, ਪਹਿਲਾਂ ਕਿਸੇ ਵੇਲੇ ਇੰਦਰਾ ਗਾਂਧੀ ਦੇ ਵੇਲੇ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ, ਉਦੋਂ ਭਾਜਪਾ ਇਹ ਰੌਲਾ ਪਾਉਂਦੇ ਹੁੰਦੇ ਸੀ ਕਿ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ, ਇੱਥੇ ਐਮਰਜੈਂਸੀਆਂ ਲੱਗ ਗਈਆਂ, ਇਹਦਾ ਕਾਲਾ ਦੌਰ ਹੈ। ਹੁਣ ਜਿਹੜਾ ਇਸ ਵੇਲੇ ਦੌਰ ਚੱਲ ਰਿਹਾ ਇਹ ਉਹਦੇ ਤੋਂ ਵੀ 2 ਕਦਮ ਅੱਗੇ ਹੈ ਜੀ। ਜੋ ਕੁਝ ਹੋ ਰਿਹਾ ਹੈ ਦੇਸ਼ ਦੇ ਵਿੱਚ ਚੁਣੀਆਂ ਹੋਈਆਂ ਸਰਕਾਰਾਂ, 11 ਸਰਕਾਰਾਂ ਪਿਛਲੇ 6 ਸਾਲਾਂ 'ਚ ਬੀਜੇਪੀ ਧੱਕੇ ਨਾਲ ਤੋੜ ਚੁੱਕੀ ਹੈ, ਜਿੱਥੇ ਵੱਖ-ਵੱਖ ਦੂਜੀਆਂ ਪਾਰਟੀਆਂ ਦਾ ਰਾਜ ਹੋਣਾ ਚਾਹੀਦਾ ਸੀ। ਹੁਣ ਇਸ ਵੇਲੇ ਬੀਜੇਪੀ ਇਸ ਕੋਸ਼ਿਸ਼ 'ਚ ਹੈ ਕਿ ਰਾਜਸਥਾਨ ਇੱਕ ਵੱਡਾ ਸੂਬਾ, ਮੱਧ ਪ੍ਰਦੇਸ਼ ਤੋਂ ਬਾਅਦ ਕਿਉਂਕਿ ਕਾਂਗਰਸ ਦਾ ਫਿਰ ਕਾਫੀ ਉੱਥੇ ਤੱਕ, ਇੱਧਰੋਂ ਪੰਜਾਬ, ਫਿਰ ਰਾਜਸਥਾਨ, ਫਿਰ ਮੱਧ ਪ੍ਰਦੇਸ਼, ਉਹ ਫਿਰ ਚਾਹੇ ਹੈਲੀਕਾਪਟਰ ਦੇ ਉੱਤੇ ਦੀ ਹੂਟੇ ਲਾਉਂਦੇ ਸੀ, ਪਰ ਤਕਲੀਫ ਤਾਂ ਹੁੰਦੀ ਸੀ ਵੀ ਆਹ ਏਰੀਆ ਸਾਡੇ ਕੋਲ ਹੈ ਨਹੀਂ। ਇਸ ਕਰਕੇ ਉਹ ਲੱਗੇ ਹੋਏ ਨੇ ਇਹਨੂੰ ਤੋੜਨ ਵਾਸਤੇ ਜੀ, ਉਹਨਾਂ ਨੇ ਤੋੜ ਦੇਣੀ ਹੈ। ਇਹ ਵੀ ਗੱਲ ਹੈ ਜਿਸ ਤਰੀਕੇ ਨਾਲ ਉਹ ਕਰ ਰਹੇ ਹੈ, ਜਦੋਂ ਸਰਕਾਰ ਤੇ ਸਰਦਾਰ ਤੁਮਾਰਾ ਹੈ ਫਿਰ ਤਾਂ ਕੁਛ ਮਰਜ਼ੀ ਕਰੀ ਜਾਓ ਜੀ। ਸੋ ਉਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਏਜੰਸੀਜ਼ ਨੇ, ਚਾਹੇ CBI ਹੈ, ਚਾਹੇ ED ਹੈ, ਜਿਹੜੀ ਇੱਕ ਟੂਲ ਦੇ ਤੌਰ ਤੇ ਵਰਤੀ ਜਾ ਰਹੀ ਹੈ, ਉਹਨਾਂ ਨੂੰ ਲਿਆ ਕੇ ਇਹਨਾਂ ਦੇ ਦਰਵਾਜ਼ਿਆਂ ਤੇ ਬਿਠਾ ਦਿੱਤਾ ਜਾਂਦਾ ਹੈ। ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ਵੀ ED ਤੇ CBI ਛਾਪੇ ਮਾਰ ਰਹੀ ਹੈ। ਹੁਣ ਮਾਣਯੋਗ ਅਦਾਲਤ ਦੇ ਵਿੱਚ ਇਹਨਾਂ ਨੇ ਫੈਸਲਾ ਛੱਡਿਆ ਸੀ, ਕਿਉਂਕਿ ਸਚਿਨ ਪਾਇਲਟ ਉਹਨਾਂ ਨੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਸਾਡੀ ਪੱਖ ਸੁਣੇ ਤੋਂ ਬਿਨਾਂ ਸਾਡੀ ਜਿਹੜੀ ਸਦੱਸਤਾ ਰੱਦ ਕਰਨ ਦੀ ਕੋਸ਼ਿਸ਼ ਜਿਹੜਾ ਰਾਜਪਾਲ ਜਾਂ ਸਰਕਾਰ ਕਰ ਰਹੀ ਹੈ ਇਹ ਨਾ ਕੀਤੀ ਜਾਵੇ ਜੀ। ਉਹਨਾਂ ਨੇ ਸੁਪਰੀਮ ਕੋਰਟ 'ਚ ਪਾਤਾ ਸੀ। ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸਚਿਨ ਪਾਇਲਟ ਦੇ ਗਰੁੱਪ ਨੂੰ। ਪਹਿਲਾਂ ਉਹਨਾਂ ਨੇ ਕਿਹਾ ਕਿ ਦੇਖੋ ਫੈਸਲਾ ਬਾਅਦ 'ਚ ਦੇਖਾਂਗੇ, ਪਹਿਲਾਂ ਅਸੀਂ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਹਨੂੰ ਦੇਖ ਲਈਏ। ਹੁਣ ਕੱਲ ਹਾਈ ਕੋਰਟ ਦਾ ਫੈਸਲਾ ਵੀ ਆ ਗਿਆ। ਉਹਨਾਂ ਨੇ ਕਹਿਤਾ ਕਿ ਇਹਨਾਂ ਦੀ ਸਦੱਸਤਾ ਅਸੀਂ ਰੱਦ ਨਹੀਂ ਹੋਣੀ, ਤੁਸੀਂ ਆਪੋ ਆਪਣਾ ਇੱਥੇ ਨਿਬੇੜੋ, ਫਿਰ ਆਪਾਂ ਅੱਗੇ ਦੇਖਾਂਗੇ। ਹੁਣ ਉਸ ਤੋਂ ਬਾਅਦ ਚੋਂ ਉੱਥੇ ਜਿਹੜਾ ਡਰਾਮਾ ਇਸ ਵੇਲੇ ਚੱਲ ਰਿਹਾ ਉਹ ਡਰਾਮਾ ਇਹ ਅਰਸ਼ ਜੀ ਕਿ ਅਸ਼ੋਕ ਗਹਿਲੋਤ ਸਾਹਿਬ ਔਰ ਕਾਂਗਰਸ ਹਾਈ ਕਮਾਂਡ ਵੱਲੋਂ ਰਣਦੀਪ ਸਿੰਘ ਸੁਰਜੇਵਾਲ ਜੀ ਤੇ ਮੱਖਣ ਸਾਹਿਬ ਇਹ ਉਹਨਾਂ ਦਾ ਸਮਝੌਤਾ ਕਰਾਉਣ ਵਾਸਤੇ ਗਏ ਹੋਏ ਆ, ਤੇ ਗਹਿਲੋਤ ਸਾਹਿਬ ਆਪਣੇ 102 ਬੰਦੇ 4 ਬੱਸਾਂ 'ਚ AC 'ਚ ਬਿਠਾ ਕੇ ਗਵਰਨਰ ਦੇ ਘਰ ਪਹੁੰਚ ਗਏ।
ਕਹਿੰਦੇ ਜੀ ਜਾ ਕੇ ਸਾਨੂੰ ਤੁਸੀਂ ਫਲੋਰ ਦਾ ਮੌਕਾ ਦਿਓ ਜਾਂ ਸਾਡੇ ਬੰਦੇ ਟੈਸਟ ਕਰੋ। ਗਵਰਨਰ ਹੁਣ ਹੈਗਾ ਬੀਜੇਪੀ ਦਾ ਜੀ, ਉਹ ਮਿਸ਼ਰਾ ਸਾਹਿਬ ਨੇ, ਉਹਨਾਂ ਨੂੰ ਜਦੋਂ ਤੱਕ ਉੱਪਰੋਂ ਘੰਟੀ ਨਹੀਂ ਵੱਜਦੀ ਉਹ ਕਰ ਕੁਛ ਨਹੀਂ ਸਕਦੇ, ਉਹ ਵੀ ਪਿੰਜਰੇ ਦਾ ਤੋਤਾ ਨੇ। ਇਸ ਕਰਕੇ ਗਵਰਨਰ ਸਾਹਿਬ ਕੋਲ ਜੋ ਜਾ ਕੇ ਉਹ ਕਹਿੰਦੇ ਵੀ ਸਾਨੂੰ ਦਿਓ ਮੌਕਾ ਜੀ। ਗਵਰਨਰ ਸਾਹਿਬ ਨੇ ਸੁਣ ਲਈ ਸਾਰੀ, ਸੁਣਨ ਤੋਂ ਬਾਅਦ ਕਰਨੀ ਤਾਂ ਉਹਨਾਂ ਨੇ ਉਹੀ ਸੀ, ਜਦੋਂ ਤੱਕ ਉੱਪਰੋਂ ਆਰਡਰ ਨਹੀਂ ਸੀ ਆਉਣਾ ਉਹ ਕਹਿੰਦੇ ਠੀਕ ਹੈ ਜੀ ਮੈਂ ਤੁਹਾਡੀ ਗੱਲ ਸੁਣ ਲਈ, ਨਾ ਤਾਂ ਵੈਸੇ ਤਾਂ ਜੇ ਤੁਹਾਡੇ ਕੋਲ ਮੈਜੋਰਟੀ ਹੈ ਤੁਹਾਨੂੰ ਲੋੜ ਹੀ ਨਹੀਂ ਹੈ ਫਲੋਰ ਟੈਸਟ ਕਰੋ, ਤੁਸੀਂ ਜਾ ਕੇ ਆਪਣਾ ਕੰਮ ਕਰੋ। ਬਾਹਰ ਉਹ ਤਾਂ ਨਹੀਂ ਨਿਕਲਦੇ ਗਹਿਲੋਤ ਹੋਣੀ ਵੀ ਜੇ ਬਾਹਰ ਨਿਕਲ ਗਏ ਤਾਂ ਆ ਖਿੰਡ ਜਾਣੇ ਆ ਜੀ। ਹੁਣ ਉਸ ਮਾਮਲੇ 'ਚ ਗਹਿਲੋਤ ਦੇ ਐਮਐਲਏ ਨੇ ਸਣੇ ਮੁੱਖ ਮੰਤਰੀ ਨੇ ਗਵਰਨਰ ਦੇ ਪਾਰਕ ਦੇ ਵਿੱਚ ਬੈਠ ਕੇ ਨਾਅਰੇਬਾਜ਼ੀ ਕੀਤੀ ਉਸ ਦੇ ਖਿਲਾਫ ਰਾਤ ਨੂੰ। ਹੁਣ ਉਸ ਮਾਮਲੇ ਦੇ ਵਿੱਚ ਗਵਰਨਰ ਨੇ ਭਾਵੇਂ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਮੈਂ ਕਾਨੂੰਨੀ ਪੱਖ ਦੇਖੂੰਗਾ। ਹੁਣ ਕਾਨੂੰਨੀ ਪੱਖ ਕਿਹੜਾ ਹੈ? ਕਾਨੂੰਨੀ ਪੱਖ ਤਾਂ ਉੱਪਰ ਬੈਠੀ ਸਰਕਾਰ ਹੈ ਜੀ, ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਉਹ ਉਹਨਾਂ ਦਾ ਕਾਨੂੰਨੀ ਪੱਖ ਹੈ, ਉਹ ਉਹਨਾਂ ਦੇ ਮਾਈ-ਬਾਪ ਨੇ, ਜੋ ਉਹਨਾਂ ਨੇ ਇਸ਼ਾਰਾ ਕਰਨਾ ਗਵਰਨਰ ਨੇ ਉਹ ਕਰਨਾ। ਹੁਣ ਘਟਨਾਕ੍ਰਮ ਪੂਰਾ ਡਰਾਮੇਬਾਜ਼ੀ ਬਹੁਤ ਚੱਲ ਰਹੀ ਹੈ, ਪਰ ਇਸ ਦੇ ਵਿੱਚ ਇਹ ਸਰਕਾਰ ਕਿੰਨੀ ਕੁ ਦੇਰ ਬਚੂਗੀ, ਹੈ ਨਾ? ਇਹ ਬੱਕਰੇ ਦੀ ਮਾਂ ਵਾਲਾ ਕੰਮ ਹੈ ਵੀ ਕਦੋਂ ਤੱਕ ਖੈਰ ਮਨਾਊਗੀ। ਜਦੋਂ ਸਰਕਾਰ ਉੱਪਰ ਬੈਠੀ ਹੈ, ਫੈਡਰਲ ਸਰਕਾਰ ਨੇ ਸੋਚ ਹੀ ਲਿਆ ਕਿ ਅਸੀਂ ਤਾਂ ਧੱਕਾ ਕਰਨਾ ਹੈ, ਅਸੀਂ ਇਹਨਾਂ ਦੀਆਂ ਸਰਕਾਰਾਂ ਤੋੜਨੀਆਂ ਨੇ, ਇੱਥੇ ਅਸੀਂ ਆਪਣਾ ਸਾਰੇ ਦਾ ਸਾਰਾ ਰਾਜ ਆਪਣਾ ਸਥਾਪਿਤ ਕਰਨਾ ਹੈ। ਸੋ ਉਹ ਹਾਲਾਤ ਇਸ ਵੇਲੇ ਰਾਜਸਥਾਨ ਦੇ ਵਿੱਚ ਬਣੇ ਹੋਏ ਆ। ਬਿਲਕੁਲ, ਰਾਜਸਥਾਨ ਦੀ ਅਸੀਂ ਗੱਲ ਕੀਤੀ ਹੈ ਤੇ ਪਰ ਹੁਣ ਜੇ ਪੰਜਾਬ ਦੀ ਗੱਲ ਕਰ ਲਈਏ, ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਸਾਡੇ ਸੀਐਮ ਨੇ ਆਪਣੇ ਫਾਰਮ ਹਾਊਸ 'ਚ ਬੈਠੇ ਹੋਏ ਨੇ, ਵਰਚੁਅਲ ਮੀਟਿੰਗਾਂ ਕਰ ਰਹੇ ਨੇ ਤੇ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਤੇ ਹਰ ਕਿਸੇ ਦੀ ਨਜ਼ਰ ਹੈ ਕਿ ਇਹ ਕੀ ਕਰਦੇ ਆ, ਹੁਣ ਅਗਲਾ ਇਹਨਾਂ ਦਾ ਕੀ ਹੋਊਗਾ, ਕੀ ਮੂਵ ਹੋਊਗਾ। ਤੇ ਹੁਣ ਉਹਨਾਂ ਨੇ ਨਵਜੋਤ ਸਿੰਘ ਨੇ ਚਿੱਠੀ ਲਿਖੀ ਹੈ ਕੈਪਟਨ ਸਾਹਿਬ ਨੂੰ। ਕੀ ਚਿੱਠੀ ਹੈ ਉਹ? ਨਵਜੋਤ ਸਿੰਘ ਸਿੱਧੂ ਹਾਲਾਂਕਿ ਮੰਤਰੀ ਮੰਡਲ 'ਚ ਹੈ ਨਹੀਂ, ਇੱਕ ਐਮਐਲਏ ਦੇ ਤੌਰ ਤੇ ਹੈ, ਪਰ ਜਦੋਂ ਵੀ ਨਵਜੋਤ ਸਿੰਘ ਸਿੱਧੂ ਦੀ ਕੋਈ ਹਲਚਲ ਹੁੰਦੀ ਆ ਤਾਂ ਪੰਜਾਬ ਦੇ ਸਾਰੇ ਦੇ ਕੰਨ ਖੜੇ ਹੋ ਜਾਂਦੇ ਆ, ਦੁਨੀਆ ਭਰ ਦੇ ਵਿੱਚ ਚਰਚਾ ਹੋ ਜਾਂਦਾ। ਹੁਣ ਲੇਟੈਸਟ ਖਬਰ ਜਿਹੜੀ ਤੁਸੀਂ ਪੁੱਛ ਰਹੇ ਹੋ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਆ। ਉਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਮੈਂ ਮੰਤਰੀ ਸੀ, ਮੇਰੇ ਮੰਤਰੀ ਹੁੰਦੇ ਹੁੰਦੇ ਬਹੁਤ ਸਾਰੇ ਐਲਾਨ ਹੋਏ ਸੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ, ਮੇਰੇ ਹਲਕੇ ਦੇ ਵਿੱਚ ਕੁਝ ਪੁਲ ਬਣਨੇ ਸੀ ਜਾਂ ਹੋਰ ਬਹੁਤ ਸਾਰੀਆਂ ਡਿਵੈਲਪਮੈਂਟ ਹੋਣੀਆਂ ਸੀ। ਉਹ ਡਿਵੈਲਪਮੈਂਟਾਂ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਨੂੰ ਸੰਬੋਧਨ ਹੋਏ ਲਿਖਦੇ ਆ ਇਹ ਆਹ ਪ੍ਰੋਜੈਕਟ ਸੀ ਜਿਹੜੇ ਤੁਸੀਂ ਆਪ ਇਹਨਾਂ ਦਾ ਨੀਂਹ ਪੱਥਰ ਰੱਖਿਆ ਸੀ, ਪਰ ਜਦੋਂ ਮੈਂ ਮੰਤਰੀ ਮੰਡਲ ਚੋਂ ਬਾਹਰ ਛੱਡ ਕੇ ਚਲਿਆ ਗਿਆ, ਜਦੋਂ ਮੈਂ ਚਾਹੇ ਆਪਣੇ ਘਰ ਬੈਠਾ ਚਾਹੇ ਮੈਂ ਜਿੱਥੇ ਮਰਜ਼ੀ ਜਾਵਾਂ, ਪਰ ਉਹਨਾਂ ਸਾਰੀਆਂ ਡਿਵੈਲਪਮੈਂਟ ਨੂੰ ਬ੍ਰੇਕ ਲਾਤੇ ਗਏ ਆ। ਹੁਣ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ ਤਾਂ ਬਾਅਦ ਦੀ ਗੱਲ ਹੈ, ਪਰ ਨਵਜੋਤ ਸਿੰਘ ਸਿੱਧੂ ਦਾ ਇਹ ਜਿਹੜਾ ਲੈਟਰ ਹੈ ਇਹ ਸਿਆਸੀ ਤੌਰ ਤੇ ਕਾਫੀ ਮਾਇਨੇ ਰੱਖਦਾ। ਉਹ ਇਸ ਗੱਲ ਦਾ ਹੀ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਹਾਲਾਂਕਿ ਇੱਕ ਉਹਨਾਂ ਨੇ ਆਪਣਾ ਕਿਸੇ ਮੀਡੀਆ ਨਾਲ ਉਹ ਗੱਲ ਨਹੀਂ ਕਰਦੇ, ਆਪਣਾ ਇੱਕ ਸੋਸ਼ਲ ਮੀਡੀਆ ਜਿੱਤੇਗਾ ਪੰਜਾਬ YouTube ਉਹਨਾਂ ਨੇ ਬਣਾਇਆ ਹੋਇਆ, ਉੱਥੋਂ ਹੀ ਲੋਕਾਂ ਨੂੰ ਉਹ ਸੰਬੋਧਨ ਕਰਦੇ ਆ ਜਾਂ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ। ਪਰ ਜਿਉਂ-ਜਿਉਂ ਅਰਸ਼ 2022 ਆ ਰਿਹਾ ਜੀ, ਤਿਉਂ ਫਿਰ ਹਰ ਇੱਕ ਨਵੇਂ ਲਹਿਜੇ ਦੇ ਨਾਲ ਨਵਜੋਤ ਸਿੰਘ ਸਿੱਧੂ ਆਪਣਾ ਇੱਕ ਪੋਲੀਟੀਕਲ ਮੈਸੇਜ ਜ਼ਰੂਰ ਦੇ ਜਾਂਦੇ ਆ। ਸੋ ਇਹ ਮੈਸੇਜ ਉਹਨਾਂ ਨੇ ਇਹ ਦਿੱਤਾ ਕਿ ਕੱਲ ਨੂੰ ਜਦੋਂ ਲੋਕਾਂ ਦੇ ਵਿੱਚ ਜਾਣਾ ਹੈ, ਕੱਲ ਨੂੰ ਜਦੋਂ ਕੋਈ ਆਵਾਜ਼ ਉੱਠਣੀ ਹੈ, ਜਦੋਂ ਲੋਕਾਂ ਨੇ ਮੈਨੂੰ ਸਵਾਲ ਪੁੱਛਣਾ ਹੈ ਕਿ ਨਵਜੋਤ ਸਿਆਂ ਅਸੀਂ ਤੈਨੂੰ ਚੁਣਿਆ ਸੀ, ਸਾਡੇ ਕੰਮ ਨਹੀਂ ਹੋਏ, ਉਹਨੇ ਕਹਿਣਾ ਵੀ ਮੈਂ ਕੰਮ ਕਰਨ ਵਾਸਤੇ ਰਾਜੀ ਸੀ, ਮੇਰੇ ਵੱਲੋਂ ਕਸਰ ਕੋਈ ਨਹੀਂ ਸੀ। ਪੁੱਛੋ ਜਿਹੜਾ ਖੂੰਡਾ ਲੈ ਕੇ ਬੈਠਦਾ ਉੱਥੇ, ਖੂੰਡਾ ਹੁਣ ਕੈਪਟਨ ਸਾਹਿਬ ਦੇ ਨਾਲ ਜੁੜਿਆ ਹੋਇਆ। ਸੋ ਉਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹ ਜਿਹੜਾ ਪਤਾ ਸਿੱਟਦਾ ਹੈ, ਜਾਂ ਤਾਂ ਕੈਪਟਨ ਅਮਰਿੰਦਰ ਨੂੰ ਉੱਥੇ ਦੇ ਕੰਮਕਾਜ ਸ਼ੁਰੂ ਕਰਾਉਣੇ ਪੈਣਗੇ, ਜੇ ਕੰਮ ਨਹੀਂ ਸ਼ੁਰੂ ਕਰਾਉਂਦੇ ਤਾਂ ਇਹ ਸਾਰਾ ਭਾਂਡਾ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਸਿਰ ਭੰਨ ਦੇਣਾ। ਹੁਣ ਉਹ ਜਾਣ ਕਿਤੇ ਨਾ ਜਾਣ, ਰਹੂਗਾ ਤਾਂ ਮੇਰੇ ਖਿਆਲ ਨਾਲ ਉਹ ਕਾਂਗਰਸ ਜੀ, ਪਰ ਕੈਪਟਨ ਅਮਰਿੰਦਰ ਜੀ ਵਾਸਤੇ ਕਿਤੇ ਨਾ ਕਿਤੇ ਕੰਡੇ ਉਹ ਜ਼ਰੂਰ ਬੀਜ ਦਿੰਦੇ ਆ। ਜੀ ਬਿਲਕੁਲ, ਸਿਆਸਤ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਹੈ, ਉਹ 2 ਮਿੰਟ ਦਾ ਨਹੀਂ ਪਤਾ ਕਿ ਅੱਗੇ ਬ੍ਰੇਕਿੰਗ ਕੀ ਆ ਜਾਣੀ ਹੈਗੀ ਆ। ਹੁਣ ਬ੍ਰੇਕਿੰਗ ਦੀ ਗੱਲ ਕਰੀਏ ਤਾਂ ਅਸੀਂ ਵਾਪਸ ਜੇ ਅਸੀਂ ਸਰੀ ਚ ਆ ਜਾਂਦੇ ਆ ਆਪਦੇ ਚ, ਤੇ ਬ੍ਰੇਕਿੰਗ ਜਿਹੜੀ ਹਫ਼ਤੇ ਤੋਂ ਜਿਹੜੀ ਚੱਲੀ ਆ ਰਹੀ ਹੈਗੀ ਆ, ਅਜੇ ਤੱਕ ਮੁੱਕਣ ਦਾ ਨਾਂ ਨਹੀਂ ਲੈ ਰਹੀ, ਉਹ ਇਹ ਹੈਗੀ ਹੈ ਕਿ ਜਿਹੜੇ ਪੰਜਾਬੀ
ਪਾਰਕ ਦੇ ਵਿੱਚ ਫੜੇ ਗਏ ਹੈਗੇ ਆ। ਸਰੀ ਪੁਲਿਸ ਨੇ ਫੜੇ ਹੈਗੇ ਨੇ 12 ਜਾਣੇ ਨੇ ਜੋ ਕਿ ਨਕਲੀ ਹਥਿਆਰਾਂ ਦੇ ਨਾਲ ਟਿਕਟੌਕ ਤੇ ਵੀਡੀਓ ਬਣਾ ਰਹੇ ਸੀਗੇ। ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਉਹ, ਪਰ ਸ਼ੌਂਕ ਹੁੰਦਾ ਆ। ਪਰ ਸ਼ੌਂਕ ਇਹ ਨਹੀਂ ਕਿ ਤੁਸੀਂ ਪਾਰਕ ਦੇ ਵਿੱਚ ਹੁੱਲੜਬਾਜ਼ੀ ਕਰੋ, ਸਪੋਰਟਸ ਕਾਰਾਂ ਲੈ ਕੇ ਜਾਓ। 10 ਤੋਂ 12 ਜਿਹੜੇ ਨੌਜਵਾਨ ਹੈ, ਪੁਲਿਸ ਨਾਲ ਆਪਣੇ ਗੈਂਗ ਇਨਫੋਰਸਮੈਂਟ ਟੀਮ ਲੈ ਕੇ ਗਈ, ਕਿਉਂਕਿ ਕਿਸੇ ਸ਼ਖਸ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਇਕੱਠੇ ਹੋਏ ਨੇ ਤੇ ਉਹਨਾਂ ਕੋਲ ਬੰਦੂਕਾਂ ਨੇ ਤੇ ਨਾਲ ਉਹਨਾਂ ਦੇ ਕੋਲ ਕਾਰਾਂ ਨੇ ਤੇ ਪਤਾ ਨਹੀਂ ਕੀ ਹੋ ਜਾਣਾ ਹੈਗਾ। ਤਾਂ ਉਹਨਾਂ ਨੂੰ ਜਦੋਂ ਬੰਦੂਕਾਂ ਦਾ ਨਾਮ ਲਿਆ, ਗਨਸ ਦਾ ਨਾਮ ਲਿਆ, ਤਾਂ ਉਹਨਾਂ ਨੂੰ ਪੈ ਗਈਆਂ ਭਾਜਣਾ। ਤਾਂ ਉਹ ਕਹਿੰਦੇ ਕਿ ਪਤਾ ਨਹੀਂ ਕੀ ਹੋ ਜਾਣਾ। ਜਦੋਂ ਸਾਰੀ ਪੁਲਿਸ ਉੱਥੇ ਮੌਕੇ ਤੇ ਪਹੁੰਚੀ, ਜਦੋਂ ਉਹਨਾਂ ਨੂੰ ਘੇਰਿਆ ਚਾਰੇ ਪਾਸਿਓਂ, ਤਾਂ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਇਸ ਤਾਂ ਵੀਡੀਓ ਬਣਾ ਰਹੇ ਹੈਗੇ ਆ। ਤੇ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਕੰਧ ਨਾਲ ਲਾ ਕੇ 12 ਦੇ 12 ਜਾਣਿਆਂ ਨੂੰ ਪੁਲਿਸ ਨੇ ਬਿਠਾਇਆ ਹੋਇਆ। ਵੀਡੀਓ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਬਿਲਕੁਲ, ਇਹ ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਸ ਘਟਨਾ ਨੇ ਇਹ ਗੱਲ ਇੱਕ ਵਾਰੀ ਫਿਰ ਸਾਬਤ ਕਰਤੀ ਹੈ ਕਿ ਜਿਹੜਾ ਸਾਡਾ ਨੌਜਵਾਨ ਵਰਗ ਪੜ੍ਹਨ ਇੱਥੇ ਆ ਰਿਹਾ ਹੈ। ਜਦੋਂ ਅਸਲ 'ਚ 10+2 ਤੋਂ ਬਾਅਦ ਇੱਕ ਕੈਨੇਡੀਅਨ ਸਰਕਾਰ ਨੇ ਇੱਕ ਫੈਸਿਲਿਟੀ ਤੁਹਾਨੂੰ ਦੇ ਦਿੱਤੀ, ਇਹ ਉਸ ਦੇ ਲੂਪ ਹੋਲਸ ਦਾ ਫਾਇਦਾ ਫਿਰ ਲੋਕਾਂ ਵੱਲੋਂ ਲਿਆ ਜਾਂਦਾ, ਏਜੰਟਸ ਵੱਲੋਂ ਵੀ ਲਿਆ ਜਾਂਦਾ, ਜਾਂ ਫਿਰ ਸਾਡੇ ਜਿਹੜੇ ਖੁਰਾਫਾਤੀ ਲੋਕ ਹੁੰਦੇ ਨੇ ਉਹਨਾਂ ਵੱਲੋਂ ਲਿਆ ਜਾਂਦਾ। ਹੁਣ ਸਰਕਾਰ ਦੀ ਪਾਲਿਸੀ ਇਹ ਆ ਕਿ +2 ਤੋਂ ਬਾਅਦ ਤੁਸੀਂ ਆਇਲਟਸ ਕਰੋ ਤੇ ਫਰਦਰ ਸਟੱਡੀ ਵਾਸਤੇ ਤੁਸੀਂ ਸਾਡੇ ਮੁਲਕ 'ਚ ਆ ਸਕਦੇ ਹੋ, ਰਹਿ ਸਕਦੇ ਹੋ, ਤੁਹਾਨੂੰ ਵਰਕ ਪਰਮਿਟ ਦਿੱਤਾ ਜਾਊਗਾ, ਔਰ ਈਵਨ ਇਸ ਤੋਂ ਬਾਅਦ 'ਚ ਤੁਸੀਂ ਆਪਣੀ PR ਪਾ ਕੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਉਮਰ ਇੱਥੇ ਰਹਿ ਸਕਦੇ ਹੋ। ਹੁਣ ਸਾਡੀ ਜਿਹੜੀ +2 ਵਾਲੀ ਜਮਾਤ ਹੈ, ਜਦ ਇੱਥੇ ਆਉਂਦੀ ਹੈ, +2 ਦਾ ਬੱਚਾ ਨੂੰ ਸਾਡੀਆਂ ਦਾ ਬੁੜੀਆਂ ਵੈਸੇ ਹੀ 10ਵੀਂ ਤੱਕ ਤਾਂ ਰੋਟੀ ਆਪ ਹੀ ਖਿਲਾਉਂਦੀਆਂ ਹੁੰਦੀਆਂ ਉਹਨਾਂ ਨੂੰ, ਵੀ ਖਾ ਲਾ ਪੁੱਤ ਖਾ ਲਾ, ਇਹ ਤੋਂ ਨਹੀਂ ਖਾ ਹੋਣੀ, ਚਾਹੇ ਬਜ਼ੁਰਗ ਜਿੰਨਾ ਮਰਜ਼ੀ ਘੂਰੀ ਜਾਵੇ ਜੀ। ਉਹ ਲੋਲੜ ਪੋਲੜ ਰੱਖੇ ਹੁੰਦੇ ਆ। ਜਾਂ ਫਿਰ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਕਈ ਘਰਾਂ ਦੇ ਵਿੱਚ ਸਖਤਾਈ ਬਹੁਤ ਹੁੰਦੀ ਹੈ। ਹੁਣ +2 ਤੋਂ ਬਾਅਦ ਜਦੋਂ ਇਹਨਾਂ ਖੁੱਲ੍ਹੇ ਵਾਤਾਵਰਨ ਵਾਲੇ ਮੁਲਕਾਂ ਦੇ ਵਿੱਚ ਆਉਂਦੇ ਆ, ਇਹਨਾਂ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਜ਼ਾਦੀ ਮਿਲਦੀ ਹੈ, ਫਿਰ ਉਹ ਇਸ ਆਜ਼ਾਦੀ ਦਾ ਉਹਨਾਂ ਨੂੰ ਇੱਕ ਤਾਂ ਉਮਰ ਹੈ ਜੀ, ਇੱਕ ਆਜ਼ਾਦੀ ਹੈ ਜੀ, ਫਿਰ ਉਹ ਸਾਰੀਆਂ ਚੀਜ਼ਾਂ ਜਿਹੜਾ ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ ਜਿਹੜਾ ਰੋਲ ਨਿਭਾ ਰਿਹਾ, YouTube ਰੋਲ ਨਿਭਾ ਰਿਹਾ, ਜਾਂ ਫਿਰ ਗਾਣੇ ਜਿਹੜੇ ਗਾਇਕਾਂ ਦੇ ਨੇ ਉਹ ਰੋਲ ਨਿਭਾ ਰਹੇ, ਉਹ ਫਿਰ ਉਹਨਾਂ ਦੇ ਦਿਮਾਗ 'ਤੇ ਜਦੋਂ ਅਸਰ ਕਰਦੇ ਆ, ਇੰਡੀਪੈਂਡੈਂਸ ਹੁੰਦੀ ਹੈ, ਦਾਰੂ ਸਿੱਕਾ ਵੀ ਪੀਣ ਸ਼ੁਰੂ ਕਰ ਦਿੰਦੇ ਆ, ਜਾਂ ਫਿਰ ਖੁਰਾਫਾਤੀ ਜਿਹੜੇ ਨਹੀਂ ਪੀਂਦੇ ਨਾਲ ਹੋ ਜਾਂਦੇ ਆ, ਉਹ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਦੇ ਆ। ਇੱਕ ਅੱਧੀ ਐਗਜ਼ਾਮਪਲ ਨਹੀਂ ਹੈ ਜਿਹੜੀ ਤੁਸੀਂ ਇਹਨਾਂ ਦੀ ਦੱਸੀ ਆ ਨਾ, ਜਿਹੜੀ ਇਹਨਾਂ ਨੇ ਟਿਕਟੌਕ ਬਣਾਉਣ ਦੀ ਕੋਸ਼ਿਸ਼ ਸੀ, ਲੋਕ ਡਕੇ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਇਸ ਤਰ੍ਹਾਂ ਦਾ ਕੰਮ ਹੋ ਸਕਦਾ। ਉਹਨਾਂ ਨੇ ਪੁਲਿਸ ਨੂੰ ਕਾਲ ਕੀਤਾ, ਪੁਲਿਸ ਨੇ ਫੜ ਲਿਆ, ਉਹਨਾਂ ਨੂੰ ਜੁਰਮਾਨੇ ਕਰਤੇ। ਪਰ ਇੱਕ ਗੱਲ ਜ਼ਰੂਰ ਹੈ, ਇਹਨਾਂ ਦੇ ਰਿਕਾਰਡ 'ਚ ਚੜ੍ਹ ਗਿਆ ਜੀ। ਇਹਨਾਂ ਨੂੰ ਜਦੋਂ ਇਹਨਾਂ ਨੇ PR ਹੋਣੀ ਆ ਨਾ, ਇਹ ਉਦੋਂ ਪਤਾ ਲੱਗਣਾ। ਇਸ ਵੇਲੇ ਤਾਂ ਇਹਨਾਂ ਨੂੰ ਲੱਗਦਾ ਹੋਣਾ ਕਿ ਅਸੀਂ 200-250 ਰੁਪਇਆ ਦੇ ਕੇ ਛੁੱਟ ਗਏ, ਸਾਨੂੰ ਜੁਰਮਾਨਾ ਹੋ ਗਿਆ। ਪਰ ਇਹ ਸਰਕਾਰ ਇਸ ਗੱਲੋਂ ਬੜੀ ਸਖਤ ਹੈ ਕਿ ਜਦੋਂ ਕੋਈ ਰੈਕਟ ਤੇ ਕਿਸੇ ਦੇ ਚੜ੍ਹ ਗਈ, ਚਾਹੇ ਕਿਸੇ ਦੇ ਆਧਾਰ ਦੀ ਚੜ੍ਹ ਗਈ, ਚਾਹੇ ਬੈਂਕ ਡਿਫਾਲਟ ਦੀ ਚੜ੍ਹ ਗਈ, ਜਾਂ ਫਿਰ ਕਿਸੇ ਕਾਨੂੰਨੀ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚ ਚੜ੍ਹ ਗਈ, ਜਾਂ ਫਿਰ ਕਈ ਤੁਸੀਂ ਸ਼ਰਾਬ ਪੀ ਕੇ ਕਾਰ ਚਲਾਉਂਦਿਆਂ ਦੀ ਚੜ੍ਹ ਗਈ, ਇਹ ਨਿਕਲਣੀ ਨਹੀਂ, ਸਾਰੀ ਉਮਰ ਇਸੇ ਨੇ ਬੋਲੀ ਤੁਰੀ ਜਾਣਾ। ਸੋ ਉਹ ਨੌਜਵਾਨਾਂ ਨੂੰ ਚਾਹੀਦਾ, ਇਹ ਗੱਲੇ ਘਟਨਾ ਇਹ ਨਹੀਂ ਹੈ। ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਦਰਸ਼ਕਾਂ ਨੂੰ, ਜਾਂ ਫਿਰ ਜਿਹੜੇ ਸਾਡੇ ਨੌਜਵਾਨ ਮੁੰਡੇ ਇੱਥੇ ਪੜ੍ਹਨ ਆਉਂਦੇ ਆ ਜਾਂ ਕੁੜੀਆਂ ਪੜ੍ਹਨ ਆਉਂਦੀਆਂ ਨੇ, ਇਹ ਪਹਿਲੀ ਘਟਨਾ ਨਹੀਂ ਹਰਸ਼। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਟੋਰਾਂਟੋ ਦੇ ਵਿੱਚ ਜੋ ਕੁਝ ਹੋਇਆ, ਜੋ ਆਪਸ ਵਿੱਚ ਡਾਂਗ ਸੋਟਾ ਹੋਏ, ਜੋ ਉਸ ਦੇ ਨਾਲ ਹੋਇਆ ਕੀ ਹੈ ਕਿ ਇੱਕ ਕਮਿਊਨਿਟੀ ਦੇ ਵਿੱਚ ਵੀ ਪਾੜ ਪੈਣਾ ਸ਼ੁਰੂ ਹੋ ਗਿਆ। ਜਿਹੜੇ ਪੁਰਾਣੇ ਪਰਿਵਾਰ ਇੱਥੇ ਆਏ ਹੋਏ ਆ, ਉਹ ਨਵੇਂ ਪਰਿਵਾਰਾਂ ਨੂੰ, ਚਾਹੇ ਆਪਦੇ ਬੱਚੇ ਨੇ ਉਹ ਪੰਜਾਬੀ 'ਚ ਆ ਰਹੇ ਨੇ, ਉਹਨਾਂ ਤੋਂ ਉਹ ਨਫ਼ਰਤ ਕਰਨੀ ਸ਼ੁਰੂ ਕਰਤੀ ਉਹਨਾਂ ਨੇ। ਇਹ ਵੱਡੇ ਵੱਡੇ ਬੋਰਡ ਲਾਤੇ, ਕਈ ਥਾਵਾਂ ਤੇ ਤਾਂ ਇਸ ਤਰ੍ਹਾਂ ਦੇ ਬੋਰਡ ਲੱਗੇ ਕਿ ਡੌਗਸ ਐਂਡ ਸਟੂਡੈਂਟਸ ਆਰ ਨਾਟ ਅਲਾਉਡ ਫॉर ਰੈਂਟਲ ਇਨ ਹਾਊਸ ਔਰ ਬੇਸਮੈਂਟਸ, ਇਸ ਤਰ੍ਹਾਂ ਦੇ ਲੱਗੇ। ਇਸੇ ਤਰੀਕੇ ਨਾਲ ਫਿਰ ਇਹੀ ਆਪਾਂ ਨੂੰ ਇਹ ਬੜਾ ਮਾੜਾ ਪੱਖ ਸਾਹਮਣੇ ਆਉਣਾ। ਟੋਰਾਂਟੋ ਦੇ ਵਿੱਚ ਫਿਰ ਬੇਸਮੈਂਟ ਤੋਂ ਬਿਨਾਂ ਜਾਂ ਲੜਾਈ ਝਗੜਿਆਂ ਤੋਂ ਬਿਨਾਂ ਫਿਰ ਕਾਰਾਂ ਦੀਆਂ ਵੀਡੀਓਜ਼ ਆਈਆਂ, ਸੜਕਾਂ 'ਤੇ ਕਾਲੀਆਂ ਕਰੀ ਜਾਣੀਆਂ, ਡਰਿਫਟਿੰਗ ਕਰਾਈ ਤੁਰੀ ਜਾਣੀ, ਜਾਂ ਹੁਣ ਲੇਟੈਸਟ ਜਿਹੜੀ ਆਈ ਹੈ, ਕੁੜੀ ਤੁਰੀ ਜਾ ਰਹੀ ਹੈ, ਤੁਸੀਂ ਉਹਨੂੰ ਕਮੈਂਟ ਕਰ ਰਹੇ ਹੋ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਇਹਦੇ ਨਾਲ? ਜਿਹੜੀ ਆਪਣੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ, ਦੁਨੀਆ ਦੇ ਵਿੱਚ ਖਾਲਸਾ ਏਡ ਦੇ ਨਾਂ 'ਤੇ ਐਡੇ ਵੱਡੇ ਚੰਗੇ ਚੰਗੇ ਕੰਮ ਕਰ ਰਹੀ ਹੈ, ਤੁਹਾਡੇ ਜਦੋਂ ਪਰਨੇ ਪੱਗਾਂ ਬੰਨੀਆਂ ਨੇ, ਤੁਹਾਡਾ ਮੈਸੇਜ ਤਾਂ ਉਹ ਹੈ, ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ, ਸੋਸ਼ਲ ਮੀਡੀਆ ਤੁਹਾਡੀ ਸਪਰੈਡ ਹੁੰਦੀ ਹੈ, ਜ਼ਿੰਮੇਵਾਰੀ ਤੋਂ ਕੰਮ ਲਓ ਜੀ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਸੋਚ ਸਮਝ ਕੇ ਚੱਲਣ। ਪਰ ਕਹਿੰਦੇ ਹੁੰਦੇ ਜਦ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਿਰੇ ਲੁੰਡਾ। ਫਿਰ ਇਸ ਵੇਲੇ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਹੈ ਨਹੀਂ, ਸੋ ਆਪਣੀਆਂ ਮਨਮਰਜ਼ੀਆਂ ਕਰਦੇ ਨੇ।
ਮੱਛੀ ਹੈ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ। ਸੋ ਉਹਨਾਂ ਨੇ ਨੁਕਸਾਨ ਕਰਾ ਲਿਆ ਤੇ ਸਮਝ ਲੈਣਗੇ ਚੰਗੇ ਰਹਿਣਗੇ, ਨਹੀਂ ਫਿਰ ਹੋਰ ਵੀ ਨੁਕਸਾਨ ਹੋ। ਹਰਪ੍ਰੀਤ ਜੀ, ਡਰ ਲੱਗਦਾ ਉਹਨਾਂ ਤੋਂ ਹੁਣ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ, ਸਮਝਾਉਣ ਤੋਂ ਵੀ। ਜੀ, ਜੇ ਮੈਂ ਆਪਣੀ ਐਗਜ਼ਾਮਪਲ ਲਵਾਂ ਤਾਂ ਮੇਰੇ ਹੀ ਗੁਆਂਢ ਦੇ ਵਿੱਚ ਸਟੂਡੈਂਟ ਹੈ, ਵਰਕ ਪਰਮਿਟ ਹੈ, ਮੈਨੂੰ ਨਹੀਂ ਪਤਾ, ਪਰ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਚੀ ਉੱਚੀ ਬੋਲਦੇ ਨੇ। ਪੁਲਿਸ ਨੂੰ ਅਸੀਂ ਕਹਿੰਦੇ ਕਾਹਦੇ ਪਿੱਛੇ ਕਿਸੇ ਦਾ ਕੈਰੀਅਰ ਖਰਾਬ ਕਰਨਾ ਆ, ਪਰ ਇੱਕ ਵਾਰ ਸਾਨੂੰ ਬੁਲਾਉਣੀ ਵੀ ਪਈ। ਪਰ 2-2 ਵਜੇ ਤੱਕ ਤੁਸੀਂ ਸਟਰੀਟ ਤੇ ਬੈਠੇ ਆ, ਉੱਚੀ ਉੱਚੀ ਬੋਲ ਰਹੇ ਹੈਗੇ ਆ, ਤੇ ਜਿਹੜੇ ਤੁਹਾਡੇ ਨਾਲ ਦਾ ਸਾਂਝੀ ਫੈਂਸ ਹੈਗੀ ਆ ਉਹਨਾਂ ਨੂੰ ਤਾਂ ਸੁਣਦਾ ਹੀ ਆ, ਜੇ ਪੂਰੇ ਬਲਾਕ ਦੇ ਵਿੱਚ ਨਹੀਂ ਸੁਣਦਾ। ਸੋ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਤੁਸੀਂ ਇਹ ਕੁਝ ਕਰਕੇ? ਤੁਸੀਂ ਇੱਥੇ ਆਏ ਆ, ਮਾਪਿਆਂ ਨੇ ਕਿੰਨੇ ਪੈਸੇ ਲਾ ਕੇ ਤੁਹਾਨੂੰ ਭੇਜਿਆ ਹੈਗਾ ਆ, ਤੁਸੀਂ ਉਹ ਦੇਖੋ ਕਿ ਅਸੀਂ ਕੀ ਕਰਨ ਆਏ ਆ, ਸਾਡਾ ਜ਼ਿੰਦਗੀ ਦੇ ਵਿੱਚ ਏਮ ਕੀ ਹੈ। ਇਹ ਨਹੀਂ ਕਿ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਆਪਣੀ ਇੰਜੋਏ ਕਰਨਾ ਬੰਦ ਕਰ ਦਿਓ, ਪਾਰਟੀ ਕਰਨੀ ਬੰਦ ਕਰ ਦਿਓ, ਤੁਸੀਂ ਘੁੰਮਣਾ ਫਿਰਨਾ ਬੰਦ ਕਰ ਦਿਓ, ਸਭ ਕੁਝ ਕਰੋ, ਪਰ ਕਲਚਰ ਨੂੰ ਦੇਖ ਕੇ, এনवायरमेंट ਨੂੰ ਦੇਖ ਕੇ, ਸੋਸਾਇਟੀ ਨੂੰ ਦੇਖ ਕੇ, ਆਲੇ ਦੁਆਲੇ ਨੂੰ ਦੇਖ ਕੇ ਕਿ ਅਸੀਂ ਕੀ ਕਰ ਰਹੇ ਹੈਗੇ ਆ, ਸਾਡੇ ਤੇ ਕੀ ਇੰਪੈਕਟ ਪੈ ਰਿਹਾ, ਸਾਡੀ ਕਮਿਊਨਿਟੀ ਤੇ ਕੀ ਇੰਪੈਕਟ ਪੈ ਰਿਹਾ। ਕਿਉਂਕਿ ਜਦੋਂ ਅਸੀਂ ਕੋਈ ਹੋਰ ਕਮਿਊਨਿਟੀ ਦੇ ਵਿੱਚ ਜਾਂਦਾ ਹੈਗਾ ਆ, ਇਹ ਨਹੀਂ ਕਿ ਇੰਡੀਆ ਤੋਂ ਆਏ ਹੈਗੇ ਨੇ ਜਾਂ ਕੋਈ ਵੀ ਯੰਗਸਟਰ ਹੈਗੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੀਆਂ ਹਰਕਤਾਂ ਦੇ ਨਾਲ ਦੂਜੇ ਤੇ ਕੀ ਪ੍ਰਭਾਵ ਪੈ ਰਿਹਾ ਹੈਗਾ। ਸੋ ਇਹ ਚੀਜ਼ਾਂ ਸਮਝਾਉਣ ਦੀ ਗੱਲ ਹੈਗੀ ਹੈ, ਸਾਰੀ ਕਮਿਊਨਿਟੀ ਨੂੰ ਰਲ ਕੇ ਸਮਝਣਾ ਪੈਣਾ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਫ਼ਰਤ ਜੀ ਕਰਨ ਲੱਗੇ ਹੈਗੇ ਆਪਣੇ ਹੀ, ਪਰ ਉਹਨਾਂ ਨੂੰ ਸਮਝਾਉਣਾ ਪੈਣਾ, ਉਹਨਾਂ ਦਾ ਹੱਥ ਫੜਨਾ ਪੈਣਾ ਹੈ। ਤੇ ਇੰਡੀਆ 'ਚ ਬੈਠੇ ਮਾਪਿਆਂ ਨੂੰ ਵੀ ਸੋਚਣਾ ਪੈਣਾ ਕਿ ਜੇ ਸਾਡਾ ਕੋਈ ਉੱਥੇ ਹੈ, ਜੇ ਸਾਡਾ ਬੱਚਾ ਸਮਝਦਾਰ ਹੈ, ਰਿਸਪੌਂਸਿਬਲ ਹੈ, ਆਪਣੀ ਜ਼ਿੰਮੇਵਾਰੀ ਆਪ ਚੁੱਕ ਸਕਦਾ, ਤਾਂ ਇਹ ਸਭ ਕੁਝ ਦੇਖ ਕੇ ਉਹਨਾਂ ਨੂੰ ਭੇਜਣਾ ਚਾਹੀਦਾ। ਵੱਡੀ ਗੱਲ ਇਹ ਹੈ ਕਿ ਜਦੋਂ ਸਾਡੇ ਪਿੰਡਾਂ 'ਚੋਂ ਆਪਾਂ ਪਿੰਡਾਂ 'ਚ ਬਹੁਤ ਸਾਰੇ ਮੇਰੇ ਰਿਲੇਸ਼ਨ ਆਪਸ ਵਿੱਚ ਆਪਾਂ ਪਿਛੋਕੜਾਂ ਉੱਥੋਂ ਦੀਆਂ ਨੇ, ਇੱਕ ਪਿੰਡ 'ਚੋਂ ਕਿਹੜਾ ਬੰਦਾ ਹੈ ਜਿਹਦੇ ਕੋਲ 20-25 ਲੱਖ ਜਾਂ 50 ਲੱਖ ਨਗਦ ਪਿਆ ਹੁੰਦਾ। ਮਾਂ-ਬਾਪ ਸਾਨੂੰ ਕਿਸ਼ਤਾਂ ਤੇ, ਸਾਨੂੰ ਲੋਨ ਤੇ ਜ਼ਮੀਨਾਂ ਗਹਿਣੇ ਰੱਖ ਕੇ, ਈਵਨ ਕਿ ਟਰੈਕਟਰ ਟੱਲਾ ਤੇ ਜਾਨਵਰ ਵੇਚ ਕੇ ਜਿਹੜੇ ਸਾਡੇ ਕੰਮ ਆਉਣੇ ਹੁੰਦੇ ਆ ਉਹਨਾਂ ਨੂੰ ਵੇਚ ਕੇ ਬੱਚਿਆਂ ਨੂੰ ਭੇਜਦੇ ਆ। ਸੋ ਇਸ ਕਰਕੇ ਬੱਚਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ। ਜ਼ਿੰਮੇਵਾਰੀ ਜਦੋਂ ਮਾਂ-ਬਾਪ ਤੁਹਾਡੇ ਵਾਸਤੇ ਆਪਣਾ ਢਿੱਡ ਬੰਨ ਰਹੇ ਆ ਨਾ, ਤਾਂ ਬਹੁਤ ਸਾਰੇ ਬੱਚੇ ਇੱਥੇ ਇਸ ਤਰ੍ਹਾਂ ਹੁੰਦੇ ਨੇ, ਬੜੇ ਚੰਗੇ ਨੇ, ਹੈ ਨਾ। ਸਾਡੇ ਕੁੜੀਆਂ ਰਹਿੰਦੀਆਂ, ਮਤਲਬ ਮੈਂ ਹੈਰਾਨ ਹੁੰਨਾ, ਇੰਨੀ ਮਿਹਨਤ ਕਰਦੀਆਂ ਉਹਨਾਂ ਨੇ ਵੀ, ਮਤਲਬ ਦਿਨ 'ਚ ਜਦੋਂ ਛੁੱਟੀਆਂ ਹੋਣੀਆਂ ਤਾਂ ਮੈਂ 18 ਘੰਟੇ ਕੰਮ, ਹੈ ਨਾ, ਸਿੰਸੀਅਰਲੀ ਆ ਕੇ ਆਪਣਾ ਪੜ੍ਹਨਾ, ਆਪਣੇ ਐਗਜ਼ਾਮ ਵੀ ਠੀਕ ਦੇਣੇ ਔਰ ਪੜ੍ਹਨਾ ਵੀ। ਇਹ ਕੁਝ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਦਾ ਸਾਰੀ ਇਮੇਜ ਖਰਾਬ ਕਰਦੇ ਆ। ਸੋ ਇਹ ਸਾਰੀ ਚੀਜ਼ ਦੇ ਵਿੱਚ ਠੱਲ ਪਾਉਣ ਵਾਸਤੇ ਜ਼ਿੰਮੇਵਾਰੀ ਤੋਂ ਕੰਮ ਲੈਣਾ ਪੈਣਾ। ਬੜਾ ਚੰਗਾ ਹੈ ਕਿ ਸਰਕਾਰ ਨੇ ਇਹ ਤੁਹਾਡੇ ਵਾਸਤੇ ਇੱਕ ਪਲੇਟਫਾਰਮ ਤੁਹਾਨੂੰ ਦਿੱਤਾ, ਅਦਰਵਾਈਜ਼ ਤਾਂ ਇੱਥੇ ਡੌਂਕੀਆਂ ਲਾ ਮਸਾਂ ਪਹੁੰਚਦੇ ਸੀ ਲੋਕ, 10-10 ਸਾਲਾਂ 'ਚ ਮਸਾਂ ਆਇਆ ਕਰਦੇ ਸੀ। ਤੁਹਾਨੂੰ ਸਿੱਧਾ ਐਗਜ਼ਾਮ ਦੇ ਕੇ ਇੱਥੇ ਆਉਣ ਦਾ ਮੌਕਾ ਮਿਲ ਗਿਆ, ਇਹਨੂੰ ਆਪਾਂ ਸੰਜੀਦਗੀ ਨਾਲ ਲਈਏ। ਸੋ ਕਹਿੰਦੇ ਕਿ ਇੱਕ ਜਿਹੜਾ ਖਰਾਬ ਐਪਲ ਹੈਗਾ ਉਹ ਸਾਰੇ ਨੂੰ ਖਰਾਬ ਕਰ ਦਿੰਦਾ, ਸੋ ਇੱਕ ਨੂੰ ਪਛਾਣਨ ਦੀ ਲੋੜ ਹੈਗੀ ਹੈ। ਸੋ ਇੱਕ ਚੀਜ਼ ਨੂੰ ਪਛਾਣ ਕੇ ਜੇ ਅਸੀਂ ਉਹਨੂੰ ਸਹੀ ਕਰ ਦਿੰਨੇ ਆ, ਪਾਸੇ ਰੱਖ ਦਿੰਨੇ ਆ, ਤੇ ਸ਼ਾਇਦ ਸਾਡੀ ਕਮਿਊਨਿਟੀ ਜਿਹੜੀ ਸੁਧਰ ਸਕਦੀ ਹੈ। ਸਾਡੀ ਕਮਿਊਨਿਟੀ 'ਚੋਂ ਇੱਕ ਹੋਰ ਖਬਰ ਆ ਰਹੀ ਹੈ ਜੀ ਕਿ BC ਦੇ ਵਿੱਚ ਇੱਕ ਆਦਮੀ ਸੀ ਜੋ ਕਿ ਫਲਾਈਟ ਦੇ ਉੱਤੇ ਜਾ ਰਿਹਾ ਸੀ, ਬਹੁਤ ਹੁੱਲੜਬਾਜ਼ੀ ਕੀਤੀ ਫਲਾਈਟ ਦੇ ਵਿੱਚ, ਮਾਸਕ ਨਹੀਂ ਪਹਿਲਾਂ ਪਾਇਆ, ਫਿਰ ਪਹਿਲਾਂ ਚੜ੍ਹਨ ਤੋਂ ਪਹਿਲਾਂ ਡਰਿੰਕ ਕੀਤੀ ਹੋਈ ਸੀ, ਤੇ ਫਿਰ ਬਾਅਦ ਵਿੱਚ ਉੱਥੇ ਜਾ ਕੇ ਆਰਗੂਮੈਂਟ ਕੀਤਾ ਫਲਾਈਟ ਅਟੈਂਡੈਂਟਸ ਦੇ ਨਾਲ, ਫਿਰ ਸਿਗਰਟ ਪੀਤੀ। ਉਹਨਾਂ ਨੂੰ ਕਿਹਾ ਕਿ ਸਿਗਰਟ ਪੀਣੀ ਅਲਾਉਡ ਨਹੀਂ ਹੈਗੀ, ਸਾਨੂੰ ਪਤਾ ਹੈ ਐਵੀਏਸ਼ਨ ਦੇ ਕੀ ਰੂਲਸ ਹੈਗੇ ਨੇ। ਸੋ ਉਹ ਕੀਤਾ, ਤਾਂ ਉਹ ਕਰਕੇ ਫਲਾਈਟ ਜਾ ਰਹੀ ਸੀ BC ਤੋਂ ਟੋਰਾਂਟੋ, ਤਾਂ ਉਹਨਾਂ ਨੂੰ ਵਿਨੀਪੈਗ ਦੇ ਵਿੱਚ ਹੀ ਮੋੜਨੀ ਪਈ। ਵੈਸਟ ਜੈਟ ਦੀ ਇਹ ਫਲਾਈਟ ਸੀਗੀ। ਸੋ ਉੱਥੇ ਰੋਕ ਕੇ ਉਸ ਬੰਦੇ ਨੂੰ ਉਤਾਰਿਆ ਗਿਆ, ਤੇ ਫਿਰ ਉਹਨੂੰ ਕਿਹਾ ਕਿ ਤੁਸੀਂ ਇਸ ਫਲਾਈਟ ਦੇ ਉੱਤੇ ਨਹੀਂ ਚੜ੍ਹ ਸਕਦੇ ਹੈਗੇ। ਫਿਰ ਉੱਥੇ ਫਲਾਈਟ ਜਦੋਂ ਇੱਕ ਥਾਂ ਤੇ ਉਤਾਰੀ ਜਾਂਦੀ ਹੈ ਨਾ, ਐਮਰਜੈਂਸੀ ਲੈਂਡਿੰਗ ਹੁੰਦੀ ਹੈ, ਬਹੁਤ ਖਰਚਾ ਆਉਂਦਾ। ਸੋ ਇਸ ਫਲਾਈਟ ਨੇ $5000 ਦਾ ਉਸ ਬੰਦੇ ਨੂੰ ਜਿਹੜਾ ਜੁਰਮਾਨਾ ਵੀ ਪਾਇਆ, ਤੇ ਹੁਣ ਕੇਸ ਜਿਹੜਾ ਗਿਆ ਅਦਾਲਤ ਦੇ ਵਿੱਚ, ਤੇ ਅਦਾਲਤ ਦੀ ਪੂਰੀ ਕਾਰਵਾਈ ਤੋਂ ਬਾਅਦ ਹੁਣ ਫੈਸਲਾ ਕੀ ਆਇਆ? ਫੈਸਲਾ ਇਹ ਆਇਆ ਕਿ ਉਸ ਆਦਮੀ ਨੂੰ ਡਿਪੋਰਟ ਕੀਤਾ ਜਾ ਰਿਹਾ। 12 ਸਾਲ ਹੋ ਗਏ ਸੀ ਉਸ ਇਨਸਾਨ ਨੂੰ ਇੱਥੇ ਰਹਿੰਦਿਆਂ ਹੋਇਆ, ਬਲਬੀਰ ਸਿੰਘ ਉਹਨਾਂ ਦਾ ਨਾਮ ਹੈਗਾ ਆ, ਤੇ ਉਹ 12 ਸਾਲ ਉਹਨਾਂ ਨੂੰ ਪਤਾ ਸੀ ਕਿ ਕੀ ਰੂਲਸ ਹੈਗੇ ਨੇ, ਕਿਉਂਕਿ ਇਹ ਨਹੀਂ ਕਿ ਕੋਈ ਨਵਾਂ ਆਇਆ ਸੀ, ਕੋਈ 2 ਮਹੀਨੇ ਹੋਇਆ ਇਹਨੂੰ ਕੋਈ ਇਹੋ ਜਿਹਾ ਕੰਮ ਕਰੇ ਜੀ। ਸੋ 12 ਸਾਲ ਪਹਿਲਾਂ ਉਹ ਆਏ ਸੀ ਇੱਥੇ, ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ। ਸੋ ਇਦਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਇਹ ਤਾਂ ਬੜੀਆਂ ਘਟਨਾਵਾਂ ਨੇ ਅਰਸ਼ ਜੀ, ਜਿਵੇਂ ਤੁਸੀਂ ਇਸ ਬਲਬੀਰ ਸਿੰਘ ਦਾ ਜ਼ਿਕਰ ਕੀਤਾ, ਇਹਨੇ ਬਹੁਤ ਸਾਰੀਆਂ ਥਾਵਾਂ ਤੇ, ਕਈ ਲੋਕਾਂ ਦਾ ਦਿਮਾਗ ਇਸ ਤਰ੍ਹਾਂ ਦਾ ਹੁੰਦਾ, ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਜਹਾਜ਼ 'ਚ ਸਫ਼ਰ ਕਰ ਰਹੇ ਹਾਂ ਤਾਂ ਇਹ ਸਾਡਾ ਲਗਜ਼ੀਰੀਅਸ ਹੱਕ ਹੈ, ਅਸੀਂ ਇੱਥੇ ਜਿੱਦਾਂ ਮਰਜ਼ੀ ਖਰੂਦ ਪਾਈਏ, ਜੋ ਮਰਜ਼ੀ ਅਯਾਸ਼ੀ ਕਰੀਏ, ਜੋ ਕੁਛ ਮਰਜ਼ੀ ਕਰੀਏ। ਏਅਰ ਹੋਸਟਸ ਸਾਨੂੰ ਤੰਗ ਕਰਨਾ, ਬਾਰ-ਬਾਰ ਬੈਲ ਮਾਰ ਕੇ ਉਹਨੂੰ ਬੁਲਾਉਣਾ, ਔਰ ਫਿਰ ਅੰਨ੍ਹੇਵਾਹ ਦਾਰੂਆਂ ਪੀਣੀਆਂ, ਦਾਰੂਆਂ ਪੀ ਕੇ ਖਰੂਦ ਪਾਉਣਾ, ਇਹ ਦੁਨੀਆ 'ਚ ਆਮ ਤੌਰ 'ਤੇ ਬਹੁਤ ਖਬਰਾਂ ਨੇ। ਇਹ ਮੈਂ ਹੁਣ ਪੰਜਾਬੀ ਦੀ ਗੱਲ ਦੱਸਦਾ ਤੁਹਾਨੂੰ। ਮੈਂ ਸ਼੍ਰੀਲੰਕਾ ਤੋਂ ਦਿੱਲੀ ਨੂੰ ਟਰੈਵਲ ਕਰ ਰਿਹਾ ਸੀ, ਮੈਂ ਉੱਧਰੋਂ ਮਲੇਸ਼ੀਆ ਗਿਆ ਹੋਇਆ ਸੀ, ਉੱਥੋਂ ਮੇਰੀ ਟਿਕਟ ਇੱਧਰ ਨੂੰ ਸੀ, ਮੈਂ ਇੱਕ ਰਾਤ ਰਿਹਾ।
ਹੁਣ ਉਸ ਦੇ ਵਿੱਚ ਇੱਕ ਚੰਗੇ ਭਲੇ ਆਪਣੇ ਦਿੱਲੀ ਦੇ ਸ਼ਹਿਰੀ ਸਿੱਖ ਤੇ ਨਾਲ ਉਹਦਾ ਮੁੰਡਾ, ਉਹ दारू ਪੀ ਪੀ ਕੇ ਜੋ ਉਹਨਾਂ ਨੇ ਮਤਲਬ ਇੰਨੀ दारू ਉੱਥੇ ਪੀਤੀ, 에ਅਰ ਹੋਸਟੇਜ ਜਦੋਂ ਉਹਨਾਂ ਨੂੰ ਰੋਕਣ ਲੱਗੀ ਤਾਂ ਉਹਦੇ ਨਾਲ ਵੀ ਮਤਲਬ ਇਸ ਤਰੀਕੇ ਨਾਲ ਕਰਨ। ਮੈਂ ਤੇ ਨਾਲ ਇੱਕ ਸਾਡੀ ਹਾਕੀ ਦੀ ਕੋਈ ਟੀਮ ਖੇਡਣ ਗਈ ਹੋਈ ਸੀ ਸ਼੍ਰੀਲੰਕਾ, ਉਹ ਸਾਰੇ ਮੁੰਡੇ ਕਚੀਚੀਆਂ ਵੱਟੀ ਜਾਣ ਵੀ ਇਹ ਸਰਦਾਰ ਬੰਦਾ ਸਾਡੀ ਕਮਿਊਨਿਟੀ ਨੂੰ ਬੜੀ ਲਾਜ ਲਾ ਰਿਹਾ। ਉਸ ਵੇਲੇ ਤਾਂ ਸਾਰੇ ਚੁੱਪ ਬੈਠੇ ਰਹੇ, ਪਰ ਜਿਉਂ ਹੀ ਉਹ ਬੰਦਾ ਫਿਰ 에ਅਰਪੋਰਟ ਤੇ ਉਤਰਿਆ ਉਹਨੂੰ ਸਾਰਿਆਂ ਨੇ ਘੇਰ ਲਿਆ ਵੀ ਤੂੰ ਚੰਗਾ ਲਾਜ ਲਾਉਣ ਲੱਗਿਆ ਸਾਨੂੰ। ਉਹ ਮਤਲਬ ਇੰਨਾ ਮਦਹੋਸ਼ ਹੋਇਆ ਹੈ ਸੀ ਨਸ਼ੇ 'ਚ, ਉਹਨੂੰ ਪਤਾ ਨਹੀਂ ਸੀ ਲੱਗ ਰਿਹਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਕਿ ਜਦ ਤੁਸੀਂ ਪਬਲਿਕ ਪਲੇਟਫਾਰਮ ਤੇ ਜਾਂ ਫਿਰ ਵੱਡੇ ਕੈਨਵਸ ਤੇ ਜਦ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਉਸੇ ਤਰੀਕੇ ਨਾਲ ਵਿਚਰਨਾ ਚਾਹੀਦਾ। ਜੇ ਤੁਸੀਂ ਰੋਮ ਗਿਓ ਤੇ ਇੱਕ ਰੋਮਨ ਦੇ ਤੌਰ ਤੇ ਤੁਸੀਂ ਉਹਨੂੰ ਵਿਚਰੋ ਤਾਂ ਜ਼ਿਆਦਾ ਚੰਗਾ ਹੁੰਦਾ। ਸੋ ਸੋਚੀ ਪਿਆ ਬੰਦਾ ਮਤਲਬ ਵੀ ਕਿੰਨਾ ਕਿ ਇਸ ਗੱਲ 'ਚ ਆਪਾਂ ਇਹਨਾਂ ਨੂੰ ਸਮਝਾ ਸਕਦੇ ਹਾਂ, ਕਿੰਨਾ ਕਰ ਸਕਦੇ ਹਾਂ, ਤਾਂ ਨਿੱਜੀ ਰੂਪ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਰਸ਼ ਜੀ ਜੇ ਕਰ ਲੈਣਗੇ ਲੋਕ ਚੰਗੇ ਰਹਿਣਗੇ, ਤੇ ਨਹੀਂ ਤਾਂ ਫਿਰ ਇਸ ਤਰ੍ਹਾਂ ਦਾ ਮੈਸੇਜ ਬਲਵੀਰ ਸਿੰਘ ਹੋਣਾ ਵਰਗਾ ਹੁਣ ਕਿਤੇ 12 ਸਾਲ ਪਹਿਲਾਂ ਇੱਥੇ ਆਇਆ ਸੀ, ਹੁਣ ਨਾਲੇ ਤਾਂ ਰਿਕਾਰਡ ਖਰਾਬ ਹੋ ਗਿਆ, ਨਾਲੇ ਜੇਲ੍ਹ 'ਚ ਰਹੂਗਾ। ਪਹਿਲਾਂ ਜੇਲ੍ਹ 'ਚ ਰਹੂਗਾ, ਜੇਲ੍ਹ ਤੋਂ ਬਾਅਦ ਜਦੋਂ ਖਤਮ ਹੋ ਗਿਆ ਫਿਰ ਇੰਡੀਆ ਜਾਊਗਾ, ਔਰ ਉੱਥੋਂ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਆਇਆ ਹੋਣਾ। ਤਾਂ ਛੋਟੀ ਜੀ ਗੱਲ ਪਿੱਛੇ ਉਹਨੇ ਕੀ ਕੁਛ ਕੀਤਾ, ਹਾਲਾਂਕਿ ਉਹਦੇ ਡਾਕਟਰ ਇਹ ਕਹਿ ਰਹੇ ਆ, ਉਹਦਾ ਵਕੀਲ ਇਹ ਕਹਿ ਰਿਹਾ ਵੀ ਇਹ ਤਾਂ ਮੈਂਟਲੀ ਸਿੱਕ ਸੀਗਾ ਜੀ, ਇਸ ਕਰਕੇ ਇਹਨੇ ਇਹੋ ਜਿਹਾ ਕੰਮ ਕਰਤਾ, ਨਹੀਂ ਤਾਂ ਇਹ ਕਰਦਾ ਨਹੀਂ ਸੀ। ਜੀ ਬਿਲਕੁਲ, ਇਹ ਤਾਂ ਹੁਣ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਜਾਂ ਉਸ ਇਨਸਾਨ ਨੂੰ ਪਤਾ ਹੈ ਕਿ ਮੈਂ ਕਿਹੜੇ ਹਾਲਾਤਾਂ ਦੇ ਵਿੱਚ ਇਹ ਹਰਕਤ ਕੀਤੀ ਹੈਗੀ ਹੈ। ਪਰ ਇਦਾਂ ਦੀਆਂ ਘਟਨਾਵਾਂ ਜਦੋਂ ਆਉਂਦੀਆਂ ਨੇ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਉਦੋਂ ਜਦੋਂ ਨਾਮ ਸਿੰਘ ਜਾਂ ਕੌਰ ਦੇ ਨਾਲ ਜੁੜੇ ਹੁੰਦੇ ਨੇ, ਤੇ ਉਦੋਂ ਲੱਗਦਾ ਹੁੰਦਾ ਹੈ ਕਿ ਸਾਨੂੰ ਲੋੜ ਹੈਗੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਵਧੀਆ ਜਿੱਥੇ ਕੰਮ ਹੋ ਰਹੇ ਨੇ ਉੱਥੇ ਇਹੋ ਜਿਹੇ ਕੰਮਾਂ ਨੂੰ ਇਗਨੋਰ ਕਰਨ ਦੀ, ਕਿ ਇਹੋ ਜਿਹੀਆਂ ਚੀਜ਼ਾਂ ਨਾ ਕੀਤੀਆਂ ਜਾਣ। ਸਿੱਖ ਧਰਮ ਦਾ ਇੱਕ ਪਹਿਚਾਣ ਹੈ, ਇਹਦਾ ਇੱਕ ਰੁਤਬਾ ਬਣ ਚੁੱਕਿਆ ਦੁਨੀਆ ਦੇ ਵਿੱਚ। ਜਿੱਥੇ ਵੀ ਹੁਣ ਕਰੋਨਾ ਦੇ ਵਿੱਚ ਵੀ ਜਿਸ ਤਰੀਕੇ ਨਾਲ ਸਿੱਖਾਂ ਨੇ ਦੁਨੀਆ 'ਚ ਅੱਗੇ ਹੋ ਕੇ ਇੱਕ ਆਪਣਾ ਔਰਾ ਖੜਾ ਕੀਤਾ ਹੈ, ਤਾਂ ਉੱਥੇ ਫਿਰ ਸਾਰੇ ਸਮਾਜ ਦੀ ਡਿਊਟੀ ਬਣ ਜਾਂਦੀ ਹੈ। ਉਹ ਸਿੱਖ ਧਰਮ ਦੇ ਕੋਈ 5-4 ਜਾਂ 100-200 ਬੰਦਾ ਨਹੀਂ ਹੈ ਵੀ ਉਹਦੀ ਡਿਊਟੀ ਆਪਾਂ ਬਾਕੀ ਜਿੰਨਾ ਮਰਜ਼ੀ ਗੰਦ ਪਾਈ ਜਾਈਏ। ਸੋ ਇਸ ਕਰਕੇ ਸਾਰਿਆਂ ਦੀ ਕਲੈਕਟਿਵ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ, ਜਿਸ 'ਚ ਆਪਾਂ ਨੂੰ ਸਭ ਨੂੰ ਬਣਦਾ ਰੋਲ ਨਿਭਾਉਣਾ ਚਾਹੀਦਾ। ਬਿਲਕੁਲ। ਸੋ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਕਿਉਂਕਿ ਟਾਈਮ ਇਜਾਜ਼ਤ ਨਹੀਂ ਦਿੰਦਾ। ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਫਿਰ ਤੋਂ ਅਪਡੇਟਸ ਦੇ ਬਾਰੇ ਗੱਲਬਾਤ ਕੀਤੀ ਜਾਵੇ, ਰੌਸ਼ਨੀ ਪਾਈ ਜਾਵੇ ਕਿ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ। ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਈ ਅੱਜ ਕਾਫੀ ਮੁੱਦਿਆਂ ਦੇ ਬਾਰੇ। ਅਗਲੀ ਵਾਰ ਫਿਰ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇਖਦੇ ਰਹੋ ਸਾਂਝਾ ਟੀਵੀ। ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।